ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਸਾਡਾ ਇਹ ਸੈਸ਼ਨ ਸਵਾਲ ਜਵਾਬ ਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰਸ ਆਪਸੀ ਵਿਚਾਰ ਤੋਂ ਬਾਅਦ ਸਹਿਮਤੀ ਬਣਾ ਕੇ ਉੱਤਰ ਦਿੰਦੇ ਹਨ। ਹਰ ਵਾਰੀ ਬੇਨਤੀ ਕਰਦੇ ਹਾਂ ਕਿ ਸਾਡੇ ਉੱਤਰਾਂ ਦਾ ਜਵਾਬਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ, ਰਹਿਤਨਾਮੇ, ਸਿੱਖ ਰਹਿਤ ਮਰਿਆਦਾ, ਭਾਈ ਕਾਹਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼ ਤੇ ਹੋਰ ਉਹ ਪੁਸਤਕਾਂ ਜਿਹੜੀਆਂ ਪ੍ਰਵਾਨਿਤ ਹਨ, ਗੁਰਬਾਣੀ ਦੀ ਕਸਵੱਟੀ ਤੇ ਪੂਰੀਆਂ ਉਤਰਦੀਆਂ ਹਨ, ਉਹ ਆਧਾਰ ਹੈ ਸਾਡਾ ਇਹਨਾਂ ਜਵਾਬਾਂ ਦਾ। ਪਰ ਜ਼ਰੂਰੀ ਨਹੀਂ ਹੈ ਕਿ ਸਾਡੇ ਵੱਲੋਂ ਦਿੱਤੇ ਹੋਏ ਜਵਾਬ ਇਹਨੂੰ ਅਸੀਂ ਅੰਤਮ ਜਵਾਬ ਸਮਝੀਏ। ਅਸੀਂ ਹਰ ਵੇਲੇ ਸਿੱਖਣ ਲਈ ਤਿਆਰ ਹੁੰਦੇ ਹਾਂ। ਅਗਰ ਆਪ ਜੀ ਨੂੰ ਜਾਪਦਾ ਹੋਵੇ, ਲੱਗਦਾ ਹੋਵੇ ਵੀ ਇਸ ਵਿੱਚ ਕੋਈ ਕਮੀ ਹੈ, ਉਣਤਾਈ ਹੈ, ਆਪ ਜੀ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਜਾਂ ਚੈਟ ਵਿੱਚ ਲਿਖ ਸਕਦੇ ਹੋ ਜਾਂ ਫੋਨ ਕਾਲ ਕਰਕੇ ਵੀ ਦੱਸ ਸਕਦੇ ਹੋ। ਕਲਾਸ ਤੋਂ ਬਾਅਦ ਵੀ ਰਾਜਾ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ, ਤਦ ਕਿ ਅਸੀਂ ਇਹ ਨਾ ਸੋਚੀਏ ਵੀ ਇਹਦੇ ਜਵਾਬ ਦੀ ਸਾਡੀ ਸੰਤੁਸ਼ਟੀ ਨਹੀਂ ਹੋਈ। ਹਰ ਵੇਲੇ ਸਿੱਖ ਦਾ ਕੰਮ ਸਿੱਖਣਾ ਹੈ। ਅਸੀਂ ਤੁਹਾਡੇ ਵਿੱਚੋਂ ਹਾਂ ਔਰ ਹਰ ਵੇਲੇ ਸਿੱਖਣ ਲਈ ਤਿਆਰ ਹੁੰਦੇ ਹਾਂ। ਤੋ ਮੈਂ ਬੇਨਤੀ ਕਰ ਰਿਹਾ ਹਾਂ, ਇਹ ਸਵਾਲ ਜਵਾਬ ਸੈਸ਼ਨ ਜੋ ਵੀ ਰਾਜਾ ਸਿੰਘ ਜੀ ਸ਼ੁਰੂ ਤੋਂ ਹੀ ਸੇਵਾ ਨਿਭਾ ਰਹੇ ਹਨ, ਉਹਨਾਂ ਨੂੰ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜੋ ਉੱਤਰ ਹਨ ਉਹ ਪੈਨਲ ਮੈਂਬਰਸ ਦੇਣਗੇ ਜੀ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਸਵਾਗਤ ਹੈ ਜੀ। ਜਿਸ ਤਰ੍ਹਾਂ ਹੁਣੇ ਵੀਰ ਹਰਜੀਤ ਸਿੰਘ ਜੀ ਨੇ ਦੱਸਿਆ, ਆਪ ਵੱਲੋਂ ਭੇਜੇ ਸਵਾਲ ਪੈਨਲ ਮੈਂਬਰਸ ਡਿਸਕਸ ਕਰਕੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਤੋ ਸਭ ਤੋਂ ਪਹਿਲਾਂ ਆਪ ਨਾਲ ਫਤਿਹ ਸਾਂਝੀ ਕਰਨਗੇ, ਫਿਰ ਆਪਾਂ ਇੱਕ ਇੱਕ ਸਵਾਲ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ। ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਹਾਂਜੀ ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਕਿੱਕਰ ਸਿੰਘ ਜੀ। ਕਿੱਕਰ ਸਿੰਘ ਜੀ ਕਰ ਲਓ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਜੀਤ ਸਿੰਘ ਜੀ ਸ਼ਾਇਦ ਮੈਨੂੰ ਲੱਗਦਾ ਨਹੀਂ ਆਏ ਤੇ ਉਹਨਾਂ ਦੀ ਕੁਝ ਸਿਹਤ ਵੀ ਠੀਕ ਨਹੀਂ ਹੈ। ਤੋ ਆਓ ਸਾਧ ਸੰਗਤ ਜੀ, ਸਰ ਤੇਜਿੰਦਰ ਸਿੰਘ ਜੀ ਉਮੀਦ ਹੈ ਜੁੜ ਜਾਣਗੇ, ਅਜੇ ਆਏ ਨਹੀਂ, ਪਰ ਆਪਾਂ ਸ਼ੁਰੂ ਕਰਦੇ ਹਾਂ ਕਿਉਂਕਿ ਸਮਾਂ ਹੋ ਗਿਆ। ਤੋ ਸਾਧ ਸੰਗਤ ਜੀ ਸਵਾਲ ਆਪ ਜੀ ਵੱਲੋਂ ਆਏ ਨੇ ਵੱਖ-ਵੱਖ ਵਿਸ਼ਿਆਂ ਤੇ, ਤੋ ਆਪਾਂ ਇੱਕ ਇੱਕ ਸਵਾਲ ਕਰਕੇ ਆਪ ਨਾਲ ਸਾਂਝ ਪਾਉਂਦੇ ਹਾਂ ਜੀ। ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਜੀ, ਉਹ ਡਾਕਟਰ ਕਿਰਪਾਲ ਸਿੰਘ ਜੀ ਨੇ ਭੇਜਿਆ ਸੀਗਾ ਕਿ ਜਿਹੜਾ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਇਹ ਸ਼ਬਦ ਦੀ ਇੱਕ ਤੁਕ ਹੈ ਵਿਚਲੀ ਮੈਂ ਜਿਹੜੀ ਪੜ੍ਹ ਰਿਹਾ। ਤੋ ਉਹਨਾਂ ਨੇ ਪੁੱਛਿਆ ਵੀ ਇਹ ਜਿਹੜਾ ਨਰਪਤ ਏਕ ਸਿੰਘਾਸਨ ਸੋਇਆ, ਵੀ ਇਹ ਜਿਹੜੀ ਸਾਖੀ ਹੈ ਇਹਦਾ ਕੀ ਭਾਵ ਕੀ ਹੈ ਜਾਂ ਕਿਹੜੀ ਚੀਜ਼ ਨੂੰ ਦਰਸਾਉਂਦੀ? ਕਿਉਂਕਿ ਹਮੇਸ਼ਾ ਹਰੇਕ ਸ਼ਬਦ ਦੇ ਵਿੱਚ ਕੋਈ ਡੂੰਘਾ ਭਾਵ ਲੁਕਿਆ ਹੁੰਦਾ। ਤੋ ਇਸ ਬਾਰੇ ਕਿਉਂਕਿ ਉਹਨਾਂ ਨੇ ਪੁੱਛਿਆ, ਤੇ ਪਹਿਲੇ ਤਾਂ ਮੈਂ ਖਿਮਾ ਮੰਗਦਾ ਵੀ ਪਿਛਲੇ ਹਫ਼ਤੇ ਸਾਡੇ ਕੋਲ ਸਮਾਂ ਨਹੀਂ ਸੀ, ਹੋ ਨਹੀਂ ਸਕਿਆ। ਤੋ ਅੱਜ ਮੈਂ ਵੀਰ MP ਸਿੰਘ ਨੂੰ ਬੇਨਤੀ ਕੀਤੀ ਹੈ ਵੀ ਕਿਰਪਾ ਕਰਕੇ
ਇਸ ਤੁਕ ਦਾ ਔਰ ਇਸ ਸ਼ਬਦ ਦਾ ਸੰਖੇਪ ਜਿਹਾ ਭਾਵ ਸਾਨੂੰ, ਤਾਂ ਜੇ ਇਹ ਤੁਕ ਜਿਹੜੀ ਹੈ ਕਿ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਉਹ ਕਲੀਅਰ ਹੋ ਜਾਏ ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸੋ ਜਿਸ ਪੰਕਤੀ ਬਾਰੇ ਸਵਾਲ ਹੈ ਉਹ ਭਗਤ ਰਵਿਦਾਸ ਜੀ ਦੇ ਸੋਰਠ ਰਾਗ ਦੇ ਸ਼ਬਦ ਵਿੱਚੋਂ ਲਈ ਗਈ ਹੈ। ਸ਼ਬਦ ਸਕਰੀਨ ਤੇ ਆਪ ਜੀ ਦੇ ਸਾਹਮਣੇ ਡਿਸਪਲੇ ਕਰਵਾਇਆ ਗਿਆ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 657 ਦੇ ਉੱਪਰ ਸੁਸ਼ੋਭਿਤ ਹੈ। ਸੋ ਜਿਵੇਂ ਕਿ ਅਸੀਂ ਹਮੇਸ਼ਾ ਹੀ ਇਹ ਗੱਲ ਸੰਗਤ ਨਾਲ ਸਾਂਝੀ ਕਰਦੇ ਹਾਂ ਕਿ ਕਿਸੇ ਵੀ ਗੁਰਬਾਣੀ ਦੀ ਪੰਕਤੀ ਦਾ ਅਰਥ ਭਾਵ ਸਮਝਣਾ ਹੋਵੇ ਤਾਂ ਉਸ ਸ਼ਬਦ ਦੇ ਰਹਾਉ ਦੇ ਨਾਲ ਉਹਦਾ ਸੰਬੰਧ ਜੋੜ ਕੇ ਹੀ ਉਸ ਪੰਕਤੀ ਦੇ ਅਰਥ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਕੱਲਿਆਂ ਵਿੱਚੋਂ ਅਗਰ ਜੇ ਕਈ ਵਾਰੀ ਪੰਕਤੀ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਈ ਵਾਰੀ ਗੱਲ ਸਪਸ਼ਟ ਨਹੀਂ ਵੀ ਹੁੰਦੀ। ਰਹਾਉ ਦੇ ਨਾਲ ਜੋੜ ਕੇ ਗੱਲ ਜ਼ਿਆਦਾ ਕਲੀਅਰ ਹੋ ਜਾਂਦੀ ਹੈ। तो इस शब्द का भी जो रहाव का बंद है, माधवे क्या कही है भ्रम ऐसा जैसा मानिए होए ना तैसा, ये इसका केंद्री भाव है इस शब्द का। तो शब्द आरंभ होता है कि जब हम होते तब तू नाही, अब तू ही मैं नाही, अनल अगम जैसे लहर मयोदद, जल केवल जल माही। तो जिवें रहाव की पंक्ति विच भगत जी ने गल की है, माधवे नूं संबोधन करके माधवे अकाल पुरख नूं संबोधन किया है। क्या कही है भ्रम ऐसा, हे प्रभु हे माधव जी, सानू कुछ ऐसा भुलेखा पिया होया है जिसनूं बयान करना मुश्किल है। तो असल विच इस उस भुलेखे की भगत जी गल कर रहे हैं कि जो हर दुनियादार नूं माया के भरम जाल के करके भुलेखा पिया रहिंदा है। वो इस जगत नूं ही सब कुछ समझ लैंदा है, माया के सुखां नूं ही सब कुछ समझ लैंदा है। तो उस तरीके का जो भरम है वो इंसान नूं शुरू तो ही पै जांदा है। पर असलीयत की है कि जैसा मानिए होए ना तैसा, जो असी मन्नी बैठे हाँ, जो असी मन लैंदे हाँ कि माया ही दे सुख ही सब कुछ सच है, असल विच वो हुंदा नहीं है, वो ठीक नहीं है। तो इसकी वजह नूं एक्सप्लेन करदे होए पहले पदे च भगत रविदास जी ने गल आखी है कि जद तकन साडे अंदर ये हौमै दा भरम है, हौमै दे साडे उत्ते प्रभाव है, तद तक तेरी ये असलीयत कि तू सर्व व्यापक है, सब जीवां दे अंदर तू है, उन्ना चिर तक ये सानू गल समझ पैंदी नहीं। जब हम होते तब तू नाही, जिन्ना चिर साडे अंदर हौमै है तद तक तेरी होंद का एहसास सानू बिल्कुल भी ध्यान च नहीं आता, असीं भुल्ले ही रहिंदे हां, तेरी होंद तो अवेसले रहिंदे हां। पर हुण कहंदे हन कि ऐसी अवस्था मेरी बन गई है कि अब तू ही मैं नाही। ते इसदी इस अवस्था नूं एक्सप्लेन करन वास्ते वो एक मिसाल दिंदे हन समुंदर ते उहदी लहरां दा। अनल अगम जैसे लहर मयोदद, कि जदों बड़ी तेज हवा वगदी है, हनेरी आंदी है, तो समुंदर जिहड़ा है वो लहरां दे नाल भरपूर हो जाता है और दूरों देखिया इंज ही लगता है कि जिवें लहरां ही लहरां हन। पर असलीयत विच वो लहरां समुंदर का हिस्सा हुंदियां हन कि पानी दे विच ही पानी बन के फिर वो समा जांदियां हन। ते फिर जदों हवा रुकदी है तो समुंदर का केवल जल निरोल नज़र आना शुरू हो जाता है, तो फिर लहरां की होंद खत्म हो जाती है। तो लहरां की होंद उन्ना चिर ही है जिन्ना चिर तेज़ हवावां वगदियां हन ते वो समुंदर तो वखरियां नज़र आंदियां हन, पर असलीयत विच हुंदियां वो समुंदर का ही हिस्सा हन जो बाद विच उहदे अंदर ही समा जांदियां हन। तो ये भी इसे तरीके ही मनुख नूं दुनिया के अंदर परमात्मा तो विछड़ के इंज लगता है कि जिवें उहदी अपनी कोई हस्ती बहुत वखरी है, माया के सुख उहदे जीवन का जिवें मकसद हुंदे हन। तो इस तरह के भरम भुलेखे उसनूं पए रहिंदे हन। पर भगत जी कहते हैं कि जैसा मानिए होए ना तैसा, ये हुंदा असलीयत वो नहीं हुंदी जो इंसान नूं लगदा है। तो इसे ही चीज़ नूं एक्सप्लेन करदे होए दूसरे पदे विच उन्होंने मिसाल दित्ती है एक राजे दी
ਕਿ ਕਹਿੰਦੇ ਨੇ ਮਾਨੋ ਇਹ ਮੰਨ ਲਓ ਕਿ ਜਿਵੇਂ ਕੋਈ ਇੱਕ ਰਾਜਾ ਹੋਵੇ, ਨਰਪਤ ਰਾਜਾ ਇੱਕ ਸਿੰਘਾਸਨ ਸੋਇਆ, ਸਿੰਘਾਸਨ ਤੇ ਬੈਠਾ ਬੈਠਾ ਜੇ ਭਲਾ ਉਹਦੀ ਨੀਂਦ ਜੋ ਲੱਗ ਜਾਏ, ਉਸਨੂੰ ਨੀਂਦਰ ਆ ਜਾਵੇ ਤੇ ਉਸ ਸਿੰਘਾਸਨ ਤੇ ਬੈਠੇ ਬੈਠੇ ਨੀਂਦਰ ਦੇ ਅੰਦਰ ਉਹ ਸੁਪਨੇ ਆਵੇ ਉਸਨੂੰ, ਔਰ ਉਹਨੂੰ ਇਉਂ ਲੱਗੇ ਜਿਵੇਂ ਕਿ ਉਹ ਭਿਖਾਰੀ ਹੁੰਦਾ ਹੈ। ਤਾਂ ਹੁਣ ਬੈਠਾ ਉਹ ਸਿੰਘਾਸਨ ਤੇ ਹੋਇਆ ਹੈ, ਪਰ ਸੁਪਨੇ ਦੇ ਅੰਦਰ ਉਹ ਭਿਖਾਰੀ ਹੈ। ਤੇ ਹੁੰਦਿਆਂ ਸੁੰਦਿਆਂ ਰਾਜ ਅਛਤ ਰਾਜ ਵਿਚਰਤ ਦੁੱਖ ਪਾਇਆ, ਉਹ ਸੋ ਗਤ ਪਈ ਹਮਾਰੀ। ਕੋਈ ਕਹਿੰਦੇ ਹਨ ਕਿ ਬਈ ਸਿੰਘਾਸਨ ਤੇ ਬੈਠਾ ਹੋਇਆ ਰਾਜਾ ਸੁਪਨੇ ਦੇ ਵਿੱਚ ਭਿਖਾਰੀ ਬਣਿਆ ਹੋਇਆ ਦੁਖੀ ਹੋ ਰਿਹਾ ਹੈ। ਤਾਂ ਇੱਕ ਕਹਾਣੀ ਵੀ ਆਮ ਲੋਕੀ ਇਹੋ ਜਿਹੀ ਇੱਕ ਸੁਣਾਉਂਦੇ ਹਨ ਕਿ ਜੀ ਇੱਕ ਰਾਜਾ ਸੁਪਨੇ ਤੇ ਸਿੰਘਾਸਨ ਤੇ ਬੈਠਾ ਬੈਠਾ ਸੌ ਗਿਆ, ਸੁਪਨਾ ਆਇਆ ਉਸਨੂੰ, ਤੇ ਫਿਰ ਉਸਨੇ ਸੁਪਨੇ ਦੇ ਵਿੱਚ ਹੀ ਉਹ ਭਿਖਾਰੀ ਦੇ ਘਰ ਜਨਮ ਲੈ ਲੈਂਦਾ ਹੈ। ਉਹਦੇ ਕਈ ਸਾਰੇ ਬੱਚੇ ਹੋ ਜਾਂਦੇ ਹਨ, ਜਿਨ੍ਹਾਂ ਦੇ ਨਾਲ ਫਿਰ ਉਹਦਾ ਪਾਲਣਾ ਪੋਸ਼ਣਾ ਕਰਨ ਵਾਸਤੇ ਉਹਨੂੰ ਬੜਾ ਦੁੱਖ ਦਰਦ ਤਕਲੀਫ ਸਹਾਰਨੀ ਪੈਂਦੀ ਹੈ। ਤੇ ਫਿਰ ਉਹ ਮਰ ਜਾਂਦੇ ਹਨ, ਉਹਨਾਂ ਵਿੱਚੋਂ ਇੱਕ ਬੱਚਾ ਮਰ ਜਾਂਦਾ ਹੈ। ਤੇ ਉਧਰੋਂ ਉਹਦਾ ਕਈ ਇਸ ਨੂੰ ਇਸ ਨਾਲ ਵੀ ਜੋੜਦੇ ਹਨ ਕਿ ਰਾਜੇ ਦਾ ਆਪਣਾ ਬੱਚਾ ਜਿਹੜਾ ਹੈ ਉਹ ਬਿਮਾਰ ਹੁੰਦਾ ਹੈ, ਤੇ ਉਧਰੋਂ ਉਹਦੀ ਮੌਤ ਹੋ ਜਾਂਦੀ ਹੈ। ਤੇ ਹੁਣ ਉਹਦੇ ਚੀਕ ਵੱਜਦੀ ਹੈ ਰਾਣੀ ਦੀ, ਤੇ ਉਹਦੀ ਨੀਂਦ ਖੁੱਲ ਜਾਂਦੀ ਹੈ। ਤੇ ਫਿਰ ਉਹ ਰਾਜਾ ਹੱਸਣ ਲੱਗ ਪੈਂਦਾ ਹੈ, ਤੇ ਲੋਕੀ ਜਿਹੜੇ ਰਾਜ ਮਹਿਲ ਦੇ ਲੋਕ ਨੇ ਬੜੇ ਹੈਰਾਨ ਹੁੰਦੇ ਨੇ ਕਿ ਰਾਜੇ ਨੂੰ ਕਿਧਰੇ ਪਾਗਲਪਨ ਦਾ ਦੌਰਾ ਤਾਂ ਨਹੀਂ ਪੈ ਗਿਆ। ਉਹ ਇਸ ਤਰੀਕੇ ਦੀ ਕਹਾਣੀ ਜੋੜ ਕੇ ਉਹ ਕਹਿੰਦੇ, ਤੇ ਰਾਜਾ ਕਹਿੰਦਾ ਹੈ ਕਿ ਵੀ ਮੈਂ ਇੱਕ ਨੂੰ ਰੋਵਾਂ ਕਿ 10 ਨੂੰ ਰੋਵਾਂ, ਕਿ ਵੀ ਜਦੋਂ ਮੈਂ ਸਿੰਘਾਸਨ ਤੇ ਸੁੱਤਾ ਹੋਇਆ ਸੀ ਤੇ ਮੇਰੇ 10 ਬੱਚੇ ਸੀਗੇ, ਤੇ ਹੁਣ ਸੁਪਨਾ ਟੁੱਟ ਗਿਆ ਹੈ ਤੇ ਉਹ ਇੱਕ ਵੀ ਨਹੀਂ ਰਿਹਾ। ਤੇ ਜੇ ਇਸ ਜ਼ਿੰਦਗੀ 'ਚ ਮੈਂ ਦੇਖਾਂ ਮੇਰਾ ਇੱਕ ਬੱਚਾ ਸੀ, ਉਹ ਨਹੀਂ ਰਿਹਾ, ਤੇ ਮੈਂ ਉਹਦੇ ਵਾਸਤੇ ਰੋਵਾਂ ਕਿ ਜਾਂ 10 ਵਾਸਤੇ ਰੋਵਾਂ। ਤੇ ਉਹ ਇਸ ਨੂੰ ਲੈ ਕੇ ਤੇ ਉਹ ਕਹਿੰਦੇ ਹਨ ਕਿ ਵੀ ਇਹ ਦੁਨੀਆ ਵੀ ਸਾਰੀ ਸੁਪਨੇ ਦੀ ਨਿਆਈ ਹੈ। ਇਸ ਤਰੀਕੇ ਨਾਲ ਕੋਈ ਕਹਾਣੀ ਜੋੜ ਕੇ ਐਕਸਪਲੇਨ ਕੀਤੀ ਜਾਂਦੀ ਹੈ। ਪਰ ਬਿਨਾਂ ਕਹਾਣੀ ਦੇ ਵੀ ਜੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸਿਰਫ ਇੱਕ ਮਿਸਾਲ ਦਿੱਤੀ ਗਈ ਹੈ ਕਿ ਮੰਨ ਲਓ ਜਿਵੇਂ ਇੱਕ ਸਿੰਘਾਸਨ ਤੇ ਰਾਜਾ ਬੈਠਾ ਬੈਠਾ ਸੁਪਨੇ ਦੇ ਵਿੱਚ ਭਿਖਾਰੀ ਬਣ ਕੇ ਆਪਣਾ ਰਾਜ ਭਾਗ ਹੁੰਦਿਆਂ ਹੋਇਆਂ ਵੀ ਦੁਖੀ ਹੁੰਦਾ ਹੈ ਸੁਪਨੇ ਦੇ ਅੰਦਰ। ਇਸ ਇਨਸਾਨ ਦੀ ਅਵਸਥਾ ਵੀ ਇਹੋ ਜਿਹੀ ਕੁਝ ਹੈ। ਸੋ ਗਤ ਪਈ ਹਮਾਰੀ, ਸਾਡੇ ਇਨਸਾਨਾਂ ਦੀ ਵੀ ਉਹੀ ਅਵਸਥਾ ਹੈ। ਪਰਮਾਤਮਾ ਨੇ ਸਾਨੂੰ ਇਸ ਸ੍ਰਿਸ਼ਟੀ ਦੇ ਅੰਦਰ ਸਰਵੋਤਮ ਸਭ ਤੋਂ ਉੱਤਮ ਜੂਨੀ ਮਨੁੱਖਾ ਜਨਮ ਬਖਸ਼ਿਆ ਹੈ। ਮਾਨੋ ਇਸ ਸ੍ਰਿਸ਼ਟੀ ਦਾ ਰਾਜ ਸਾਨੂੰ ਸੌਂਪਿਆ ਹੈ, ਤੇ ਇਸ ਰਾਜ ਦੇ ਹੁੰਦਿਆਂ ਸੁੰਦਿਆਂ ਵੀ ਅਸੀਂ ਮਾਇਆ ਦੀ ਗਹਿਰੀ ਨੀਂਦ ਵਿੱਚ ਸੌਂ ਕੇ ਤੇ ਭਿਖਾਰੀ ਵਰਗੇ ਜੀਵਨ ਜਿਉ ਰਹੇ ਹਾਂ। ਇੱਕ ਦੂਜੇ ਦੇ ਕੋਲੋਂ ਮੰਗਾਂ ਮੰਗਦੇ ਹਾਂ, ਦੁਨਿਆਵੀ ਸੁੱਖਾਂ ਦੀ ਖਾਤਰ ਕਿਸੇ ਦੀ ਖੁਸ਼ਾਮਦ ਕਰਦੇ ਹਾਂ, ਕਿਸੇ ਦੇ ਮਗਰ ਮਗਰ ਫਿਰਦੇ ਹਾਂ, ਲੋਕਾਂ ਦੇ ਅੱਗੇ ਹੱਥ ਜੋੜਦੇ ਹਾਂ। ਤੋ ਇਹ ਭਿਖਾਰੀ ਵਾਲੇ ਵਰਗੇ ਕਰਮ ਜਿਹੜੇ ਹਨ ਅਸੀਂ ਆਸੇ ਇਸ ਰਾਜ ਭਾਗ ਦੇ ਹੁੰਦਿਆਂ ਹੋਏ। ਰਾਜ ਭਾਗ ਕੀ ਹੈ? ਇਹ ਜੋ ਕਿਸੇ ਜੂਨੀ ਦੇ ਅੰਦਰ ਜਿਹੜੀ ਵਿਵੇਕ ਬੁੱਧੀ ਨਹੀਂ ਹੈ, ਜੋ ਸੋਚ ਸ਼ਕਤੀ ਹੈ, ਉਹ ਇਨਸਾਨ ਨੂੰ ਬਖਸ਼ਿਸ਼ ਹੋਈ ਹੈ ਉਸਦੇ ਹੁੰਦਿਆਂ ਹੋਇਆਂ ਵੀ, ਔਰ ਇਹ ਨੌਲੇਜ ਹੁੰਦਿਆਂ ਹੋਇਆਂ ਵੀ ਕਿ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਦੇ ਨਾਲ ਅਭੇਦ ਹੋਣ ਵਾਸਤੇ ਮਿਲਿਆ ਹੈ, ਔਰ ਇਹ ਮੁਮਕਿਨ ਹੈ ਕਿ ਇਸ ਜਨਮ ਦੇ ਅੰਦਰ ਪ੍ਰਭੂ ਨਾਲ ਅਭੇਦ ਹੋਇਆ ਜਾ ਸਕਦਾ ਹੈ। ਇਸ ਸਭ ਕੁਝ ਹੁੰਦਿਆਂ ਹੋਇਆਂ ਵੀ ਇਨਸਾਨ ਕੇਵਲ ਮਾਇਆ ਦੇ ਮਗਰ ਹੀ ਇੱਕ ਭਿਖਾਰੀ ਵਾਂਗੂ ਤੁਰਿਆ ਫਿਰਦਾ ਹੈ। ਤੋ ਜਿਸ ਤਰ੍ਹਾਂ ਸਿੰਘਾਸਨ ਤੇ ਬੈਠਾ ਹੋਇਆ ਰਾਜਾ ਸੁਪਨੇ 'ਚ ਭਿਖਾਰੀ ਬਣ ਜਾਂਦਾ ਹੈ, ਇਹ ਇਨਸਾਨ ਇਸ ਮਨੁੱਖਾ ਜਨਮ ਦੇ ਅੰਦਰ ਅਮੋਲਕ ਜਨਮ ਪ੍ਰਾਪਤ ਕਰਕੇ ਵੀ ਕੌਡੀਆਂ ਦੇ ਬਦਲੇ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਹੈ। ਤੋ ਭਗਤ ਜੀ ਕਹਿੰਦੇ ਹਨ ਕਿ ਅਛਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਸਾਡੀ ਉਹ ਹਾਲਤ ਬਣੀ ਪਈ ਹੈ ਕਿ ਜਿਵੇਂ ਰਾਜਾ ਸਿੰਘਾਸਨ ਤੇ ਬਹਿ ਕੇ ਤੇ ਸੁਪਨੇ ਦੇ ਵਿੱਚ ਭਿਖਾਰੀ ਬਣ ਕੇ ਦੁਖੀ ਹੁੰਦਾ ਹੈ। ਤੋ ਬਾਕੀ ਦੇ ਸ਼ਬਦ ਦੇ ਅੰਦਰ ਵੀ ਇਸ ਤਰੀਕੇ ਦੀਆਂ ਮਿਸਾਲਾਂ ਭਗਤ ਜੀ ਨੇ ਦਿੱਤੀਆਂ ਹਨ, ਉਹ ਜਿਨ੍ਹਾਂ ਤੋਂ ਭਾਵ ਜਿਹੜਾ ਹੈ ਉਹ ਰਾਹੋਂ ਦੇ ਬੰਦ ਦੇ ਨਾਲ ਹੀ ਜੋੜ ਕੇ ਸਪਸ਼ਟ ਹੋ ਜਾਂਦਾ ਹੈ। ਉਹ ਰੱਸੀ ਦੀ ਮਿਸਾਲ ਦਿੱਤੀ ਹੈ, ਰਾਜ ਭੁਜੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਕਿ ਜਿਵੇਂ ਰੱਸੀ ਹਨੇਰੇ 'ਚ ਪਈ ਹੋਵੇ ਤੇ ਦੂਰੋਂ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਮਾਨੋ ਸੱਪ ਹੈ, ਪਰ ਜੇ ਚਾਨਣ ਹੋ ਜਾਵੇ ਪਤਾ ਲੱਗ ਜਾਵੇ ਤੇ ਫਿਰ ਬੰਦੇ ਨੂੰ ਡਰ ਨਹੀਂ ਲੱਗਦਾ, ਪਰ ਜੇ ਦੂਰੋਂ ਦੇਖ ਕੇ ਉਹ ਰੱਸੀ ਤੋਂ ਵੀ ਡਰਦਾ ਫਿਰਦਾ ਹੈ। ਇੱਕ ਹੋਰ ਮਿਸਾਲ ਦਿੱਤੀ ਹੈ, ਅਨੇਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਨਾ ਆਇਆ, ਕਿ ਸੋਨੇ ਦੇ ਵੱਖੋ ਵੱਖਰੇ ਗਹਿਣੇ ਬਣਾਏ ਜਾਣ ਤੇ ਉਹਨਾਂ ਦੇ ਨਾਮ ਵੱਖੋ ਵੱਖਰੇ ਪੈ ਜਾਂਦੇ ਹਨ। ਕੋਈ ਕੜਾ ਹੈ, ਕੋਈ ਚੇਨ ਹੈ, ਕੋਈ ਹਾਰ ਹੈ, ਕੋਈ ਕਾਂਟੇ ਹਨ, ਕੁਛ ਹੈ, ਪਰ ਹੁੰਦਾ ਅੰਦਰ ਸਭ ਦੇ ਸੋਨਾ ਹੀ ਹੈ। ਜਿਵੇਂ ਸਮੁੰਦਰ ਦੀਆਂ ਲਹਿਰਾਂ ਕੇਵਲ ਪਾਣੀ ਹੀ ਹੁੰਦੀਆਂ ਹਨ,
ਉਵੇਂ ਹੀ ਸੋਨੇ ਦੇ ਗਹਿਣੇ ਵੀ ਨਿਰਾ ਸੋਨਾ ਹੀ ਹੁੰਦੇ ਹਨ। ਤੇ ਜਦੋਂ ਸੋਨੇ ਦਾ ਸਾਰੇ ਗਹਿਣਿਆਂ ਨੂੰ ਮੁੜ ਕੇ ਅਗਰ ਜੇ ਉਹ ਸੋਨਾ ਬਣਾ ਦਿੱਤਾ ਜਾਵੇ ਤੇ ਉਹਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਤਾਂ ਇਵੇਂ ਹੀ ਉਹ ਅਗਲੇ ਬੰਦੇ 'ਚ ਕਹਿੰਦੇ ਹਨ ਕਿ ਸਰਬੇ ਏਕ ਅਨੇਕਾ ਸੁਆਮੀ ਸਭ ਘਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨਿਰੈ ਸਹਿਜੇ ਹੋਏ ਸੋਈ। ਕਿ ਸਭ ਜਗ੍ਹਾ ਉਹ ਮਾਲਕ ਜਗਤ ਦਾ ਸੁਆਮੀ ਸ੍ਰਿਸ਼ਟੀ ਦਾ ਰਚਨਹਾਰ ਸਭ ਹਿਰਦਿਆਂ ਦੇ ਅੰਦਰ ਉਹ ਆਪ ਹੀ ਵਰਤ ਰਿਹਾ ਹੈ। ਤੇ ਔਰ ਸਾਡੇ ਤਾਂ ਇੰਨਾ ਨੇੜੇ ਹੈ ਕਿ ਜਿਵੇਂ ਮਾਨੋ ਹੱਥ ਤੋਂ ਵੀ ਨੇੜੇ ਹੈ। ਇਨਸਾਨ ਦਾ ਹੱਥ ਜਿਹੜਾ ਹੈ ਉਹਦੇ ਆਪਣੇ ਕੰਟਰੋਲ ਵਿੱਚ ਹੈ, ਆਪਣੇ ਸਭ ਤੋਂ ਨੇੜੇ ਹੈ। ਪਰ ਕਹਿੰਦੇ ਹਨ ਕਿ ਉਹ ਪ੍ਰਭੂ ਤਾਂ ਸਾਡੇ ਹੱਥ ਤੋਂ ਵੀ ਨੇੜੇ ਹੈ, ਸਾਡੇ ਅੰਦਰ ਹੀ ਹੈ। ਉਹ ਜੋ ਕੁਝ ਦੁਨੀਆ 'ਚ ਹੋ ਰਿਹਾ ਸਹਿਜੇ ਹੋਏ ਸੋਈ, ਜੋ ਹੋ ਰਿਹਾ ਹੈ ਉਹਦੀ ਰਜ਼ਾ ਦੇ ਵਿੱਚ ਉਹਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਜੇ ਕੋਈ ਸਮੁੰਦਰ ਦੀਆਂ ਲਹਿਰਾਂ ਪਾਣੀ ਦੀਆਂ ਸਮੁੰਦਰ ਤੋਂ ਵੱਖਰੀਆਂ ਨਜ਼ਰ ਆ ਰਹੀਆਂ ਹਨ, ਇਹ ਵੀ ਉਹਦਾ ਹੁਕਮ ਹੈ। ਤੇ ਜਦੋਂ ਉਹ ਪਾਣੀ ਦੀ ਹਨੇਰੀ ਮੁੱਕ ਜਾਂਦੀ ਹੈ, ਵਹਾਅ ਮੁੱਕ ਜਾਂਦੀ ਹੈ, ਤਾਂ ਉਹ ਮੁੜ ਕੇ ਲਹਿਰਾਂ ਸਮੁੰਦਰ ਦਾ ਹਿੱਸਾ ਬਣ ਜਾਂਦੀਆਂ ਹਨ। ਤਿਵੇਂ ਹੀ ਉਹ ਸਿੰਘਾਸਨ ਤੇ ਬੈਠਾ ਹੋਇਆ ਰਾਜਾ ਸੁਪਨੇ 'ਚ ਭਿਖਾਰੀ ਦਾ ਦੁੱਖ ਭੋਗਦਾ ਹੈ। ਇਹ ਇਨਸਾਨ ਵੀ ਮਨੁੱਖਾ ਜਨਮ ਦੇ ਅੰਦਰ ਮਾਇਆ ਦੇ ਮਗਰ ਲੱਗ ਕੇ ਪ੍ਰਭੂ ਤੋਂ ਵਿਛੜ ਕੇ ਦੁਖੀ ਹੁੰਦਾ ਹੈ। ਤੇ ਹੋ ਸਭ ਕੁਝ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਰਿਹਾ ਹੈ। ਸਭ ਦੇ ਅੰਦਰ, ਸਭ ਜੀਵਾਂ ਦੇ ਅੰਦਰ ਉਹ ਸਭ ਇੱਕੋ ਸਭ ਦੇ ਅੰਦਰ ਇੱਕੋ ਇੱਕ ਪ੍ਰਮਾਤਮਾ ਦੀ ਹੀ ਜੋਤ ਹੈ। ਪਰ ਇਨਸਾਨ ਇੱਕ ਦੂਜੇ ਤੋਂ ਵੱਖਰਾ ਹੋ ਕੇ ਦੂਜਿਆਂ ਦੇ ਨਾਲ ਨਫ਼ਰਤ ਤੇ ਵੈਰ ਵਿਰੋਧ ਦੀ ਭਾਵਨਾ ਰੱਖਦਾ ਹੈ। ਜੇ ਉਸ ਨੂੰ ਇਹ ਅਸਲੀਅਤ ਦੀ ਸਮਝ ਆ ਜਾਵੇ ਤਾਂ ਫਿਰ ਉਹਨੂੰ ਗੱਲ ਦੀ ਸੋਝੀ ਹੋ ਜਾਏਗੀ ਕਿ ਸਭ ਦੇ ਅੰਦਰ ਉਹ ਇੱਕੋ ਇੱਕ ਪ੍ਰਭੂ ਹੈ, ਕੋਈ ਭਿੰਨ ਭੇਦ ਨਹੀਂ ਹੈ। ਪਰ ਇਹ ਸਭ ਕੁਝ ਉਸ ਪ੍ਰਭੂ ਦੀ ਰਜ਼ਾ ਦੇ ਅੰਦਰ ਹੀ ਹੈ। ਤਾਂ ਇਹ ਇਸੇ ਚੀਜ਼ ਨੂੰ ਜੋ ਰਾਹ ਦੇ ਜਿਹਨਾਂ ਨੇ ਬਿਆਨ ਕੀਤਾ ਹੈ, ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਹੈ ਤਾਂ ਸਭ ਜਗ੍ਹਾ ਪ੍ਰਭੂ ਦੀ ਜੋਤ ਹੈ, ਪਰ ਅਸੀਂ ਸਭ ਕੁਝ ਵਖਰੇਵੇਂ ਪਾ ਕੇ ਦੁਖੀ ਹੁੰਦੇ ਹਾਂ, ਪਰ ਇਹ ਅਸਲੀਅਤ ਹੈ ਨਹੀਂ। तो इतने ही वचन प्रवान करने जी होइयां भुल्लां दी खिमा। वाहिगुरू जी का खालसा वाहिगुरू जी की फतेह। उम्मीद है डॉक्टर साहब MP ਸਿੰਘ ਜੀ ਨੇ ਬੜੀ ਕਲੀਅਰ ਤੌਰ ਤੇ ਦੱਸਤਾ ਇਸ ਜਿਹੜੀ ਸਾਖੀ ਦੀ ਗੱਲ ਹੈ ਜਾਂ ਇਸ ਤੁਕ ਦੀ ਗੱਲ ਹੈ ਕਿ ਸਭ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ, ਪਰੰਤੂ ਪਛਾਣਦਾ ਕੋਈ ਹੈ ਤਾਂ ਸਭ ਦੇ ਅੰਦਰ, ਪਰੰਤੂ ਕਿਸੇ ਨੂੰ ਪਛਾਣ ਆਉਂਦੀ ਹੈ। ਜਿਹੜਾ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਦੇਖਦਾ ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਤਾਂ ਵਾਹਿਗੁਰੂ ਜੀ ਦੀ ਸੰਤਾਨ ਹਾਂ ਤੇ ਮੈਨੂੰ ਕਿਸੇ ਦੀ ਮੁਤਾਜਗੀ ਕਰਨ ਦੀ ਲੋੜ ਨਹੀਂ। ਸਤਿਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਆਓ ਗੁਰੂ ਮਗਰ ਲੱਗੀਏ। ਤੋ ਆਸ ਹੈ ਸੰਗਤ ਤੋਂ ਵੀ ਕਿ ਇਹ ਜਿਹੜੀ ਸਵਾਲ ਦਾ ਗੁੱਝਾ ਭਾਵ ਹੈ ਉਹ ਸਾਨੂੰ ਸਮਝ ਆ ਗਿਆ ਹੋਏਗਾ। ਤੋ ਆਓ ਸਾਧ ਸੰਗਤ ਜੀ, ਅਗਲੇ ਸਵਾਲ ਕਰਨ ਤੋਂ ਪਹਿਲਾਂ ਇੱਕ ਗਰੁੱਪ ਚੈਟ ਵਿੱਚ ਸਾਡੇ ਨਾਲ ਕਾਫੀ ਦੇਰ ਤੋਂ ਜੁੜਦੇ ਨੇ ਵੀ ਰਾਮ ਕਿਸ਼ਨ ਜੀ ਭਾਖੜ ਰਾਜਸਥਾਨ ਤੋਂ। ਉਹਨਾਂ ਨੇ ਸੁਝਾਅ ਦਿੱਤਾ ਵੀ ਜਿਸ ਵੇਲੇ ਕੋਈ ਵਿਆਖਿਆ ਕੀਤੀ ਜਾਂਦੀ ਉਹਦੇ ਐਂਡ ਤੇ ਥੋੜਾ ਜਿਹਾ ਹਿੰਦੀ 'ਚ ਵੀ ਸਮਝਾ ਦਿਓ, ਕਿਉਂਕਿ ਉਹਨਾਂ ਦੀ ਹਿੰਦੀ ਭਾਸ਼ਾ ਹੈ। ਵੈਸੇ ਤਾਂ ਰਾਮ ਕਿਸ਼ਨ ਜੀ ਦੀ ਤੇ ਪੰਜਾਬੀ ਬਿਲਕੁਲ ਨਜ਼ਦੀਕ ਨੇ ਤੇ ਇੱਕ ਦੂਜੇ ਨੂੰ ਮਤਲਬ ਤਕਰੀਬਨ ਸਮਝ ਪੈ ਹੀ ਜਾਂਦੀ। ਉਂਝ ਜੀ ਤੁਸੀਂ ਰਾਜਸਥਾਨ ਤੋਂ, ਰਾਜਸਥਾਨ ਤੇ ਪੰਜਾਬ ਵੈਸੇ ਵੀ ਇਕੱਠੇ ਨੇੜੇ ਨੇ, ਤਾਂ ਫਿਰ ਵੀ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਕਰੀਏ। ਤਾਂ ਅੱਜ ਵੀ ਜਿਹੜਾ ਸਵਾਲ ਸੀਗਾ ਉਹਦੇ 'ਚ ਹੀ MP ਸਿੰਘ जी ने बहुत अच्छे तरीके से बता दिया कि हर एक प्राणी के अंदर वाहिगुरु की जोत है, उसको पहचानने की जरूरत है। जब जोत को पहचान लेंगे तो फिर हमें एक गर्व होगा, हमें एक प्राउड होगा कि हम वाहिगुरु की संतान हैं। इसलिए हम किसी और के सामने बैगर नहीं बनना है। वी आर सन्स एंड डॉटर्स ऑफ वाहिगुरु, तो उसके साथ जुड़े रहना। तो आओ साथ संगत जी, अगला जो सवाल है वो एक बड़ा अहम सवाल है, क्योंकि ਜਿਹੜਾ ਲਫ਼ਜ਼ ਮੈਂ ਪਹਿਲੇ ਦੱਸ ਦਿਆਂ, ਜਿਹੜਾ ਸਵਾਲ ਹੈ ਕਹਿੰਦੇ ਬ੍ਰਹਮ ਗਿਆਨੀ ਦੀ ਪਦਵੀ ਕਿਸ ਤਰ੍ਹਾਂ ਪਾਈ ਜਾ ਸਕਦੀ। ਇਹ ਜਿਹੜਾ ਬ੍ਰਹਮ ਗਿਆਨੀ ਲਫ਼ਜ਼ ਹੈ ਜਿਹੜਾ ਅਕਸਰ ਗੁਰਬਾਣੀ 'ਚ ਬੜੀ ਵਾਰੀ ਆਉਂਦਾ ਔਰ ਅਸੀਂ ਸੁਣਦੇ ਵੀ ਬੜੇ ਹਾਂ, ਪਰ ਪਿਛਲੇ ਕਾਫੀ ਸਮਿਆਂ ਤੋਂ ਸਾਰੇ ਪਾਸੇ ਹੀ ਨੇ, ਪਰ ਪੰਜਾਬ ਵਿੱਚ ਕੁਝ ਜ਼ਿਆਦਾ ਨੇ। ਇਹ ਕਹਿੰਦੇ ਨੇ ਕੋਈ 13,000 ਤੋਂ ਉੱਤੇ ਡੇਰਾ ਹੈ ਜਿਹੜਾ ਪੰਜਾਬ 'ਚ ਹੈ, ਪਰ ਉਂਝ ਪੰਜਾਬ ਤੋਂ ਬਾਅਦ ਮੈਂ ਦੇਖਦਾ ਬਾਕੀਆਂ ਸਟੇਟਾਂ 'ਚ ਵੀ ਡੇਰੇ ਜਿਹੜੇ ਨੇ ਉਹ ਕਾਫੀ ਹੈਗੇ ਨੇ। ਤੋ ਆਮ ਤੌਰ ਤੇ ਡੇਰੇਦਾਰ ਜਾਂ ਉਹਨਾਂ ਦੇ ਪੈਰੋਕਾਰ ਜਿਹੜੇ ਨੇ ਉਹ ਇਹ ਲਫ਼ਜ਼ ਆਮ ਵਰਤਦੇ ਨੇ, ਬ੍ਰਹਮ ਗਿਆਨੀ ਜਾਂ ਬ੍ਰਹਮ ਗਿਆਨ। ਤੋ ਜਿਸ ਕਰਕੇ ਸੰਗਤ ਵਿੱਚ ਕੋਈ ਭੁਲੇਖਾ ਪੈ ਸਕਦਾ ਹੈ ਔਰ ਬਈ ਆਇਆ ਇਹ ਪੋਜੀਸ਼ਨ ਹੈ ਕਿ ਇੱਕ ਪਦਵੀ ਹੈ ਕਿਹੜੀ ਹੈ। ਤੋ ਇਹ ਸਵਾਲ ਜਿਹੜਾ ਸਵਾਲ ਕਰਤਾ ਨੇ ਕਿਹਾ ਕਿ ਬ੍ਰਹਮ ਗਿਆਨੀ ਦੀ ਪਦਵੀ ਕੀ ਹੈ। ਤੋ ਅਸੀਂ ਬੇਨਤੀ ਕੀਤੀ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਬਈ ਇਹ ਥੋੜਾ ਜਿਹਾ ਬੜਾ ਗੁੰਝਲਦਾਰ ਸਵਾਲ ਹੈ ਕਿ ਬ੍ਰਹਮ ਗਿਆਨੀ ਦੀ ਪਦਵੀ ਕੀ ਹੈ, ਤੇ ਕਿਰਪਾ ਕਰਕੇ ਸਾਨੂੰ ਇਹ ਸੌਖੇ ਜਿਹੇ ਤਰੀਕੇ ਨਾਲ ਦੱਸ ਦਿਓ
ਕਿ ਬ੍ਰਹਮ ਗਿਆਨੀ ਦੀ ਪਦਵੀ ਕੀ ਹੈ ਤੇ ਸਵਾਲ ਕਰਤਾ ਕਹਿੰਦਾ ਕਿਸ ਤਰ੍ਹਾਂ ਪਾਈ ਜਾ ਸਕਦੀ। ਧੰਨਵਾਦ ਜੀ ਵੀ ਪ੍ਰਭਪ੍ਰੀਤਮ ਜੀ, ਦੱਸੋ। ਹਾਂਜੀ ਵੀਰ ਜੀ, ਉਹ ਅੱਜ ਦਾ ਜੋ ਇਹ ਪ੍ਰਸ਼ਨ ਹੈ ਕਿ ਬ੍ਰਹਮ ਗਿਆਨੀ ਦੀ ਪਦਵੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ, ਇਹ ਜਿਵੇਂ ਕਿ ਵੀਰ ਜੀ ਨੇ ਜ਼ਿਕਰ ਕੀਤਾ ਹੈ, ਅੱਜ ਦੇ ਮਾਹੌਲ ਤੇ ਅੱਜ ਦੀ ਸ਼ਬਦਾਵਲੀ ਦੇ ਵਿੱਚੋਂ ਪੈਦਾ ਹੋਇਆ ਹੈ। ਇਸ ਸ਼ਬਦ ਦੀ ਵਰਤੋਂ ਅੱਜ ਬਹੁਤ ਜ਼ਿਆਦਾ ਤੇ ਬਿਲਕੁਲ ਇਨਡਿਸਕ੍ਰਿਮੀਨੇਟਲੀ ਹੋਣ ਲੱਗ ਗਈ ਹੈ, ਤੇ ਸ਼ਾਇਦ ਇਹੀ ਕਾਰਨ ਹੈ ਸਵਾਲ ਪੈਦਾ ਹੋਇਆ ਹੈ, ਤੇ ਇਸੇ ਕਾਰਨ ਇਹ ਥੋੜਾ ਜਿਹਾ ਵਿਸਥਾਰ ਵੀ ਮੰਗਦਾ ਹੈ। ਆਓ ਸਭ ਤੋਂ ਪਹਿਲਾਂ ਦੇਖੀਏ ਕਿ ਇਹ ਸ਼ਬਦ ਸਾਡੇ ਕੋਲ ਆਇਆ ਕਿੱਥੋਂ ਹੈ। ਬ੍ਰਹਮ ਸ਼ਬਦ ਜੋ ਹੈ ਉਹ ਵੇਦਾਂਤ ਦਾ ਸ਼ਬਦ ਹੈ। ਉਹ ਉਸ ਸਰਵ ਵਿਆਪਕ ਲਈ ਵਰਤਦੇ ਹਨ ਜਿਹੜਾ ਆਪ ਹੀ ਮਾਇਆ ਦੇ ਰਾਹੀਂ ਸੰਸਾਰ ਦੀ ਭੁਲੇਖੇ ਰੂਪ ਬਣਤਰ ਨੂੰ ਪ੍ਰਗਟ ਕਰਦਾ ਹੈ। ਤਾਂ ਇਹ ਵੇਦਾਂਤ ਦਾ ਸਿਧਾਂਤ ਹੈ, ਤੇ ਮਨੁੱਖ ਦੀ ਆਤਮਾ ਨੂੰ ਵੀ ਉਹ ਬ੍ਰਹਮ ਹੀ ਕਹਿੰਦੇ ਹਨ, ਸਾਖਸ਼ਾਤ ਬ੍ਰਹਮ ਕਹਿੰਦੇ ਹਨ। ਮਤਲਬ ਉਹਦੇ ਤੇ ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ ਮੰਨਦੇ, ਤੇ ਪੂਰੇ ਸੰਸਾਰ ਨੂੰ ਬ੍ਰਹਮ ਦਾ ਪਸਾਰਾ ਹੀ ਸਮਝਦੇ ਹਨ, ਤੇ ਇਹ ਵੀ ਮੰਨਦੇ ਹਨ ਕਿ ਜਗਤ ਬ੍ਰਹਮ ਹੀ ਹੈ, ਪਰ ਜੋ ਸਾਨੂੰ ਦਿਸ ਰਿਹਾ ਹੈ ਇਹ ਸਿਰਫ ਇੱਕ ਭੁਲੇਖਾ ਹੀ ਹੈ, ਅਸਲ ਦੇ ਵਿੱਚ ਇਹ ਸਭ ਕੁਝ ਐਗਜ਼ਿਸਟ ਨਹੀਂ ਕਰਦਾ। ਇਸੇ ਤਰ੍ਹਾਂ ਜਿਸ ਨੂੰ ਅਸੀਂ ਆਤਮਾ ਕਹਿ ਦਿੰਦੇ ਹਾਂ ਉਹ ਵੀ ਅਸਲ ਵਿੱਚ ਬ੍ਰਹਮ ਹੀ ਹੈ, ਤੇ ਉਹਨਾਂ ਦੇ ਕੁਝ ਪ੍ਰਸਿੱਧ ਵਾਕ ਹਨ ਜਿਨ੍ਹਾਂ ਨੂੰ 4 ਮਹਾਵਾਕ ਦਾ ਨਾਮ ਦਿੱਤਾ ਜਾਂਦਾ ਹੈ। ਜੇ ਉਹਨਾਂ ਤੇ ਅਸੀਂ ਇੱਕ ਸੰਖੇਪ ਜੀ, ਮਤਲਬ ਸੰਖੇਪ ਕੀ ਬਿਲਕੁਲ ਸਿਰਫ ਨਜ਼ਰ ਹੀ ਮਾਰ ਲਈਏ। ਪਹਿਲਾ ਉਹਨਾਂ ਦਾ ਪ੍ਰਸਿੱਧ ਵਾਕ ਹੈ ਤਤਵੰ ਅਸੀ, ਭਾਵ ਕਿ ਤੂੰ ਉਹੀ ਹੈ, हे ਮਨੁੱਖ ਤੂੰ ਬ੍ਰਹਮ ਹੀ ਹੈ। ਦੂਜਾ ਉਹਨਾਂ ਦਾ ਸਿਧਾਂਤ ਹੈ ਅਹੰ ਬ੍ਰਹਮ ਅਸਮੀ, ਭਾਵ ਮੈਂ ਬ੍ਰਹਮ ਹੀ ਹਾਂ। ਤੇ ਫਿਰ ਉਹ ਕਹਿੰਦੇ ਹਨ ਪ੍ਰਜਨਮ ਬ੍ਰਾਹਮ, ਭਾਵ ਸਭ ਤੋਂ ਜੋ ਜਨਾਨ ਉਹ ਕਹਿੰਦੇ ਹਨ ਜਿਹਨੂੰ ਅਸੀਂ ਗਿਆਨ ਕਹਿੰਦੇ ਹਨ, ਤੇ ਪ੍ਰ ਦਾ ਭਾਵ ਸਭ ਤੋਂ ਉੱਤਮ, ਜੋ ਸਭ ਤੋਂ ਉੱਤਮ ਗਿਆਨ ਹੈ ਉਹ ਹੀ ਬ੍ਰਹਮ ਹੈ, ਭਾਵ ਬ੍ਰਹਮ ਜਿਹੜਾ ਹੈ ਉਹ ਗਿਆਨ ਰੂਪ ਹੈ। ਔਰ ਅੰਤ ਵਿੱਚ ਉਹ ਕਹਿੰਦੇ ਹਨ ਅਯੰ ਆਤਮਾ ਬ੍ਰਹਮ, ਭਾਵ ਕਿ ਆਤਮਾ ਹੀ ਬ੍ਰਹਮ ਹੈ। ਤਾਂ ਇਹ 4 ਮਹਾਵਾਕਾਂ ਤੋਂ ਸਾਨੂੰ ਵੇਦਾਂਤ ਦਾ ਥੋੜਾ ਜਿਹਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਸਿਧਾਂਤ ਕੀ ਹਨ। ਤੇ ਬ੍ਰਹਮ ਗਿਆਨੀ ਦਾ ਅਰਥ ਹੋ ਗਿਆ ਕਿ ਇਹ ਜੋ ਬ੍ਰਹਮ ਦੀ ਤੇ ਆਤਮਾ ਦੀ ਜਗਤ ਦੀ ਰਿਲੇਸ਼ਨਸ਼ਿਪ ਦੱਸੀ ਗਈ ਹੈ, ਤਾਂ ਬ੍ਰਹਮ ਦਾ ਜਿਹਨੂੰ ਗਿਆਨ ਹੈ ਉਹ ਬ੍ਰਹਮ ਗਿਆਨੀ ਹੈ, ਭਾਵ ਜਿਹਨੂੰ ਆਤਮਾ ਦਾ ਗਿਆਨ ਹੋ ਗਿਆ, ਆਪਾਂ ਦੂਜੇ ਸ਼ਬਦਾਂ ਵਿੱਚ ਇਹ ਕਹਿ ਲਈਏ, ਜਾਂ ਇਹ ਕਹਿ ਲਓ ਕਿ ਜਿਹਨੂੰ ਸਰਵੋਤਮ ਗਿਆਨ ਹੈ, ਜੋ ਬ੍ਰਹਮ ਦਾ ਗਿਆਨ ਹੈ ਉਹ ਪ੍ਰਾਪਤ ਹੋ ਗਿਆ, ਤਾਂ ਬ੍ਰਹਮ ਗਿਆਨੀ ਹੈ। ਇਹੀ ਕਾਰਨ ਹੈ ਕਿ ਵੇਦਾਂਤੀਆਂ ਦੇ ਵਿੱਚ 4 ਵੇਦਾਂ ਦੇ ਕੰਠਾਗਰ ਗਿਆਨ ਵਾਲੇ ਵਿਅਕਤੀ ਨੂੰ ਵੀ ਬ੍ਰਹਮ ਗਿਆਨੀ ਦਾ ਨਾਮ ਦਿੱਤਾ ਜਾਂਦਾ ਹੈ। ਇਹ ਸਾਰਾ ਕੁਝ ਦੱਸਣ ਦਾ ਮਨੋਰਥ ਇਹੀ ਹੈ ਕਿ ਇਹ ਸ਼ਬਦ ਵੇਦਾਂਤ ਦੀ ਸ਼ਬਦਾਵਲੀ ਦਾ ਹੈ, ਇਹ ਵੇਦਾਂਤ ਦੇ ਸਿਧਾਂਤਾਂ ਦਾ ਹੈ। ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸਾਡੀ ਸ਼ਬਦਾਵਲੀ ਦੇ ਵਿੱਚ ਕਿੱਥੋਂ ਆ ਗਿਆ। ਐਸਾ ਹੋਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਸੁਖਮਨੀ ਸਾਹਿਬ ਵਿੱਚ ਬ੍ਰਹਮ ਗਿਆਨੀ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ, ਇਹਦੀ ਕਾਫੀ ਵਿਸਥਾਰ ਹੈ 8ਵੀਂ ਅਸ਼ਟਪਦੀ ਦੇ ਵਿੱਚ। ਤਾਂ ਫਿਰ ਅਗਲਾ ਸਵਾਲ ਸਾਡੇ ਜ਼ਿਹਨ ਦੇ ਵਿੱਚ ਇਹ ਆਉਂਦਾ ਹੈ ਕਿ ਕੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੇਦਾਂਤ ਦੇ ਸਿਧਾਂਤ ਦੀ ਵਿਆਖਿਆ ਕੀਤੀ ਹੈ। ਤਾਂ ਇਹਦਾ ਜਵਾਬ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਹੀ ਇੱਕ ਪੌੜੀ ਮੈਂ ਆਪ ਜੀ ਦੇ ਸਾਹਮਣੇ ਰੱਖਣੀ ਚਾਹਾਂਗਾ। ਉਹਦੇ ਰਾਹੀਂ ਸਤਿਗੁਰੂ ਜੀ ਸਾਨੂੰ ਆਪ ਹੀ ਸਮਝਾ ਦਿੰਦੇ ਹਨ ਕਿ ਬਈ ਉਹ ਕਿਸ ਢੰਗ ਦੇ ਨਾਲ ਗੱਲ ਕਰ ਰਹੇ ਹਨ। ਸ਼ਬਦ ਹੈ ਭਗਤ ਜਨਾ ਕੀ ਬਰਤਨ ਨਾਮ, ਕਾਈਂਡਲੀ ਜੇ ਡਿਸਪਲੇ ਕਰ ਦਿਓ ਜੀ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਜਨ ਨਾਮ ਉਧਰੇ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਤੋ ਇਸ ਪੌੜੀ ਦੇ ਆਪਾਂ ਅਰਥ ਤਾਂ ਸਿੰਪਲ ਹੀ ਹਨ ਤੇ ਆਪਾਂ ਸਾਰੇ ਸਮਝਦੇ ਹੀ ਹਨ। ਮੈਂ ਜਿਸ ਗੱਲ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ ਆਪ ਜੀ ਦਾ, ਉਹ ਇਹ ਹੈ ਕਿ ਇਹਦੇ ਵਿੱਚ ਸਤਿਗੁਰੂ ਜੀ ਨੇ ਪਹਿਲਾਂ ਜਨ ਦਾ ਲਫ਼ਜ਼ ਵਰਤਿਆ ਹੈ, ਫਿਰ ਸੰਤ ਦਾ, ਫਿਰ ਦਾਸ ਦਾ, ਫਿਰ ਦੁਬਾਰਾ ਜਨ ਵਰਤਿਆ, ਸੰਤ ਵਰਤਿਆ, ਸਾਧ ਵਰਤਿਆ। ਤੋ ਇਸ ਢੰਗ ਦੇ ਨਾਲ ਸਤਿਗੁਰੂ ਜੀ ਨੇ ਇਹ ਸਾਰੇ ਸ਼ਬਦ ਵਰਤੇ ਹਨ, ਪਰ ਗੱਲ ਉਹ ਇੱਕੋ ਹੀ ਕਰ ਰਹੇ ਹਨ, ਨਾਮ ਦੇ ਨਾਲ ਜੁੜਨ ਦੀ ਤੇ ਨਾਮ ਦੇ ਪ੍ਰਤਾਪ ਦੀ, ਨਾਮ ਰਾਹੀਂ ਹੋਣ ਵਾਲੀਆਂ ਪ੍ਰਾਪਤੀਆਂ ਦੀ। ਤੇ ਅੰਤਲੀ ਜਿਹੜੀ ਇਹ 2 ਪੰਕਤੀਆਂ ਨੇ ਉਹਨਾਂ ਵਿੱਚੋਂ ਆਪਣਾ ਸਿਧਾਂਤ ਜਿਹੜਾ ਹੈ, ਇਹਨਾਂ ਸਾਰੇ ਸ਼ਬਦਾਂ ਨੂੰ ਰੀਡਿਫਾਈਨ ਵੀ ਇੱਕੋ ਪੌੜੀ 'ਚ ਕਰ ਦਿੰਦੇ ਹਨ ਕਿ ਮਨ ਤਨ ਰੰਗ ਰਤੇ ਰੰਗ ਇੱਕ ਹੈ।
ਨਾਨਕ ਜਨ ਕੈ ਬਿਰਤ ਵਿਵੇਕੈ। ਤੋ ਇਹ ਸਾਰੇ ਸਤਿਗੁਰੂ ਜੀ ਨੇ ਇੰਟਰਚੇਂਜੇਬਲੀ ਵਰਤੇ ਹਨ, ਬਦਲਵੇਂ ਰੂਪ ਵਿੱਚ ਤੇ ਸਮਾਨ ਅਰਥਕ ਰੂਪ ਵਿੱਚ ਵਰਤੇ ਹਨ। ਹੁਣ ਇਹਨਾਂ ਦੇ ਵਿੱਚ ਜਿਹੜੇ ਮੂਲ ਸ਼ਬਦ ਹਨ, ਜਿੱਥੋਂ ਜਿੱਥੋਂ ਵੀ ਆਏ ਹਨ, ਉਹਨਾਂ ਦੇ ਵਿਚਾਰਧਾਰਾ ਦੇ ਵਿੱਚ ਤਾਂ ਫਰਕ ਹੋਣਗੇ ਹੀ। ਸਾਧ ਦਾ ਅਰਥ ਤੇ ਭਗਤ ਦਾ ਅਰਥ ਤੇ ਇਸੇ ਤਰ੍ਹਾਂ ਜਨ ਦਾ ਅਰਥ ਜਿੱਥੋਂ ਜਿੱਥੋਂ ਵੀ ਆਏ ਹਨ, ਉੱਥੇ ਕੁਛ ਨਾ ਕੁਛ ਫਰਕ ਤਾਂ ਹੋਵੇਗਾ। ਪਰ ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਉਹ ਸਾਰੀਆਂ ਜੋ ਡੈਫੀਨੇਸ਼ਨਸ ਨੇ ਉਹ ਰੱਦ ਕਰਕੇ ਉਹਨਾਂ ਨੇ ਰੀਡਿਫਾਈਨ ਕਰ ਦਿੱਤਾ ਹੈ। ਤੇ ਰੀਡਿਫਾਈਨ ਉਹਨਾਂ ਨੇ ਅੰਤ ਦੇ ਵਿੱਚ ਕਰ ਦਿੱਤਾ ਕਿ ਉਸ ਪ੍ਰਭੂ ਦੇ ਰੰਗ ਵਿੱਚ ਰੱਤੇ ਹੋਏ ਮਨੁੱਖ ਹੀ ਹਨ, ਜਿਹੜੇ ਤੁਸੀਂ ਇਹ ਸਾਰੇ ਲਫ਼ਜ਼ ਕਹਿ ਰਹੇ ਹੋ, ਅਸਲ ਦੇ ਵਿੱਚ ਜਿਹਦੀ ਬਿਰਤੀ ਦੇ ਵਿੱਚ ਵਿਵੇਕ ਆ ਜਾਵੇ, ਭਾਵ ਉਹਨੂੰ ਚੰਗੇ ਮਾੜੇ ਦੀ ਪਹਿਚਾਨ ਹੋ ਜਾਵੇ, ਉਹੀ ਜਿਹੜਾ ਹੈ ਉਹ ਇਹ ਸਾਰੀਆਂ ਪਦਵੀਆਂ ਉਹਦੇ ਉੱਤੇ ਟੁਕਦੀਆਂ ਹਨ। ਤੋ ਇਸ ਤਰ੍ਹਾਂ ਇਹਨਾਂ ਦੀ ਵਿਆਖਿਆ ਸਤਿਗੁਰੂ ਜੀ ਨੇ ਨਾਮ ਦੇ ਸਹਾਰੇ ਤੇ ਬਿਰਤ ਵਿਵੇਕ ਦੇ ਸਹਾਰੇ ਉਹ ਗੁਰਮਤਿ ਅਨੁਸਾਰ ਕੀਤੀ ਹੈ। ਇਸੇ ਲੜੀ ਦੇ ਵਿੱਚ ਹੀ ਸੁਖਮਨੀ ਸਾਹਿਬ ਜੀ ਦੇ ਵਿੱਚ ਬ੍ਰਹਮ ਗਿਆਨੀ ਦਾ ਸ਼ਬਦ ਵੀ ਆਉਂਦਾ ਹੈ, ਜਿਹੜਾ ਉਹਨਾਂ ਸ਼ਬਦਾਂ ਵਿੱਚੋਂ ਹੈ ਜਿਸ ਦੀ ਸਤਿਗੁਰੂ ਜੀ ਨੇ ਬਾਣੀ ਵਿੱਚ ਪੁਨਰ ਵਿਆਖਿਆ ਕਰਕੇ ਸਾਨੂੰ ਗੁਰਮਤਿ ਦੀ ਸਿੱਖਿਆ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਹੈ। ਹੁਣ ਜਿਵੇਂ ਕਿ ਅਸੀਂ ਸ਼ੁਰੂ ਵਿੱਚ ਵੇਖ ਲਿਆ ਕਿ ਬ੍ਰਹਮ ਗਿਆਨੀ ਦੇ ਜੋ ਅਰਥ ਵੇਦਾਂਤ ਵਿੱਚ ਸਨ, ਅਤੇ ਉਹ ਸਾਰੇ ਹੀ ਸਿਧਾਂਤ ਜਿਹੜੇ ਇਹਦੀ ਤਹਿ ਵਿੱਚ ਹਨ, ਉਹ ਸਾਡੇ ਗੁਰਮਤਿ ਦੇ ਸਿਧਾਂਤਾਂ ਦੇ ਨਾਲ ਮੇਲ ਨਹੀਂ ਖਾਂਦੇ। ਤੇ ਜਿਹੜੀ ਵਿਆਖਿਆ ਵੀ ਸਤਿਗੁਰੂ ਜੀ ਨੇ 8ਵੀਂ ਅਸ਼ਟਪਦੀ ਵਿੱਚ ਕੀਤੀ ਹੈ, ਉਹ ਗੁਰਮਤਿ ਦੀ ਵਿਆਖਿਆ ਹੀ ਹੈ। ਤੇ ਜੇ ਅਸੀਂ ਉਹ ਵਿਆਖਿਆ ਕਦੇ ਵੇਦਾਂਤੀਆਂ ਦੇ ਸਾਹਮਣੇ ਰੱਖ ਦਈਏ, ਜਿਨ੍ਹਾਂ ਦਾ ਸ਼ਬਦ ਹੈ, ਉਹਨਾਂ ਨੂੰ ਇਹ ਕਦੇ ਵੀ ਪ੍ਰਵਾਨ ਨਹੀਂ ਹੋਵੇਗੀ। ਤਾਂ ਫਿਰ ਕੀ ਗੁਰੂ ਦੇ ਸਿੱਖ ਲਈ ਅਜਿਹੇ ਨਾਵਾਂ ਜਾਂ ਜਿਹੜੇ ਲਕਬ ਅਸੀਂ ਕਹਿ ਦਿੰਦੇ ਹਨ, ਇਹਨਾਂ ਨੂੰ ਵਰਤਣਾ ਯੋਗ ਹੈ, ਜਾਂ ਇਹਨਾਂ ਤੱਕ ਪਹੁੰਚਣ ਦਾ ਯਤਨ ਕਰਨਾ ਵੀ ਯੋਗ ਹੈ? ਜਿਹੜੇ ਸਾਡੇ ਸਾਹਮਣੇ ਸਵਾਲ ਹੈ ਅੱਜ ਦੇ ਇਸ ਜਿਹਦੇ ਸੰਬੰਧ ਵਿੱਚ ਅਸੀਂ ਇਹ ਗੱਲ ਸਾਰੀ ਕਰ ਰਹੇ ਹਾਂ। ਤਾਂ ਇਸ ਸਵਾਲ ਦਾ ਜਵਾਬ ਇਹੀ ਹੈ ਕਿ ਇਹ ਸ਼ਬਦ ਜੋ ਹੈ ਉਹ ਬ੍ਰਹਮ ਗਿਆਨੀ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਜਿੰਨੇ ਵੀ ਗੁਰਸਿੱਖ ਅੱਜ ਤੱਕ ਹੋਏ ਹਨ, ਉਹਨਾਂ ਨੇ ਨਾ ਤਾਂ ਇਹ ਸ਼ਬਦ ਆਪਣੇ ਲਈ ਵਰਤਿਆ ਹੈ ਤੇ ਨਾ ਹੀ ਉਹਨਾਂ ਨੇ ਕਦੇ ਵੀ ਕਿਸੇ ਹੋਰ ਗੁਰਸਿੱਖ ਲਈ ਵਰਤਿਆ ਸੀ। ਇਹ ਰੀਸੈਂਟ ਟਾਈਮਸ ਦੀ ਆਪਾਂ ਜਿਹੜਾ ਫਿਨੋਮੀਨਾ ਹੈ ਇਹਨੂੰ ਛੱਡ ਦਈਏ ਤਾਂ ਗੁਰੂ ਕਾਲ ਤੋਂ ਲੈ ਕੇ ਤੇ ਹੁਣ ਤੱਕ ਕੋਈ ਵੀ ਗੁਰਸਿੱਖ ਨੇ ਨਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਿਹਾ ਤੇ ਨਾ ਕਿਸੇ ਹੋਰ ਵਾਸਤੇ ਇਹ ਸ਼ਬਦ ਵਰਤਿਆ। ਕਾਰਨ ਸਪਸ਼ਟ ਹੈ ਕਿ ਇਹ ਸ਼ਬਦ ਜੋ ਹੈ ਸਾਡੀ ਸ਼ਬਦਾਵਲੀ ਦਾ ਅਸਲ ਵਿੱਚ ਸ਼ਬਦਾਵਲੀ ਵੀ ਤੇ ਸਿਧਾਂਤਾਂ ਦਾ ਵੀ ਹਿੱਸਾ ਨਹੀਂ ਹੈ। ਤਾਂ ਗੁਰੂ ਦੇ ਉਪਦੇਸ਼ ਮੁਤਾਬਕ ਜੀਵਨ ਜੀਣ ਵਾਲੇ ਗੁਰਮਤਿ ਵਿੱਚ ਜੋ ਸ਼ਬਦ ਪ੍ਰਵਾਨਿਤ ਹੈ ਐਸੇ ਵਿਅਕਤੀਆਂ ਲਈ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਪੂਰਨ ਤੌਰ ਤੇ ਧਾਰਨ ਕਰ ਲਿਆ ਹੋਵੇ, ਉਹ ਗੁਰਮਤਿ ਦੇ ਵਿੱਚ ਗੁਰਮੁਖ ਦਾ ਸ਼ਬਦ ਪ੍ਰਵਾਨਿਤ ਹੈ। ਭਾਵ ਉਹ ਗੁਰਸਿੱਖ ਜਿਹੜਾ ਹਰ ਵਕਤ ਗੁਰੂ ਦੇ ਸਨਮੁਖ ਹੋ ਕੇ ਆਪਣੇ ਜੀਵਨ ਨੂੰ ਜਿਉਂਦਾ ਹੈ, ਜੀਵਨ ਦੇ ਹਰ ਪੱਖ ਨੂੰ ਇਉਂ ਜਿਉਂਦਾ ਹੈ ਕਿ ਜਿਵੇਂ ਉਹ ਹਰ ਵੇਲੇ ਗੁਰੂ ਦੇ ਸਨਮੁਖ ਬੈਠਾ ਹੋਵੇ ਤੇ ਉਹਦੇ ਉਪਦੇਸ਼ਾਂ ਨੂੰ ਜੀਵਨ ਦੇ ਵਿੱਚ ਧਾਰਨ ਕਰ ਰਿਹਾ ਹੋਵੇ। ਸੋ ਹਰ ਗੁਰੂ ਦੇ ਸਿੱਖ ਨੇ ਜੀਵਨ ਦਾ ਸਾਡਾ ਟੀਚਾ ਇਹੀ ਹੈ ਕਿ ਅਸੀਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਅਸੀਂ ਮਨਮੁਖਤਾ ਨੂੰ ਤਿਆਗਣਾ ਹੈ ਤੇ ਜੀਵਨ ਭਰ ਗੁਰਮੁਖ ਵਾਲੇ ਗੁਣਾਂ ਨੂੰ ਧਾਰਨ ਕਰਨ ਦਾ ਯਤਨ ਕਰਦਾ ਰਹਿਣਾ। ਬ੍ਰਹਮ ਗਿਆਨੀ ਕਹਿਣਾ, ਕਹਾਉਣਾ ਜਾਂ ਬ੍ਰਹਮ ਗਿਆਨੀ ਬਣਨ ਦੇ ਯਤਨ ਕਰਨੇ ਇਹ ਗੁਰਸਿੱਖ ਦਾ ਵਿਸ਼ਾ ਨਹੀਂ ਹੈ। ਇਹ ਸਾਡਾ ਇਹਦੇ ਨਾਲ ਕੋਈ ਕੰਸਰਨ ਨਹੀਂ ਹੈ। ਹਾਂ, ਇਹ ਵੇਦਾਂਤੀਆਂ ਦਾ ਵਿਸ਼ਾ ਹੋ ਸਕਦਾ ਹੈ, ਵੇਦਾਂਤ ਦੇ ਪ੍ਰੇਮੀਆਂ ਦਾ ਵਿਸ਼ਾ ਹੋ ਸਕਦਾ ਹੈ, ਜਾਂ ਐਸੇ ਵੀ ਕੁਝ ਭੁੱਲੜ ਗੁਰਸਿੱਖਾਂ ਦੇ ਭੇਖ ਵਿੱਚ ਰਹਿਣ ਵਾਲੇ ਪਰ ਅੰਦਰੋਂ ਵੇਦਾਂਤ ਦੇ ਜਿਹੜੇ ਪ੍ਰੇਮੀ ਸੱਜਣ ਹੁੰਦੇ ਹਨ, ਉਹਨਾਂ ਨੂੰ ਤਾਂ ਇਸ ਚੀਜ਼ ਦੀ ਅਟਰੈਕਸ਼ਨ ਹੋ ਸਕਦੀ ਹੈ। ਪਰ ਜਦੋਂ ਉਹ ਲੋਕ ਵੀ ਇਹ ਵਰਤਦੇ ਹਨ, ਇਹ ਕੇਵਲ ਹਉਮੈ ਦਾ ਪ੍ਰਗਟਾਵਾ ਹੀ ਹੈ, ਆਪਣੇ ਨਿੱਜ ਨੂੰ ਪ੍ਰਮੋਟ ਕਰਨ ਦਾ, ਅੱਗੇ ਲਿਆਉਣ ਦਾ ਇਹ ਜਿਹੜਾ ਹਉਮੈ ਭਰਿਆ ਵਰਤਾਰਾ ਹੈ ਉਹਦਾ ਹੀ ਹਿੱਸਾ ਹੈ। ਇਹਨਾਂ ਨਾਵਾਂ ਦਾ, ਅਹੁਦਿਆਂ ਦਾ, ਗੁਰਮਤਿ ਨਾਲ ਤੇ ਗੁਰਸਿੱਖਾਂ ਦੇ ਜੀਵਨ ਨਾਲ ਇਹਦਾ ਕੋਈ ਵਾਸਤਾ ਨਹੀਂ। ਬਾਕੀ ਜਿੱਥੋਂ ਤੱਕ 8ਵੀਂ ਅਸ਼ਟਪਦੀ ਦੀ ਗੱਲ ਹੈ, ਸਤਿਗੁਰੂ ਜੀ ਨੇ ਜੋ ਗੁਣ ਬ੍ਰਹਮ ਗਿਆਨੀ ਦੇ ਦੱਸੇ ਹਨ, ਉਹ ਜੋ ਓਰੀਜਨਲ ਕਨਸੈਪਟ ਬ੍ਰਹਮ ਗਿਆਨੀ ਦਾ ਹੈ ਉਹਦੇ ਨਾਲ ਬਿਲਕੁਲ ਹੀ ਮੇਲ ਨਹੀਂ ਖਾਂਦੇ। ਸਗੋਂ ਜੇ ਥੋੜਾ ਜਿਹਾ ਇਹਨਾਂ ਨੂੰ ਧਿਆਨ ਨਾਲ ਸਮਝੀਏ ਤਾਂ ਸਾਰੇ ਗੁਣ ਉਹੀ ਹਨ ਜੋ ਗੁਰਮਤਿ ਦੇ ਅਨੁਸਾਰ ਹਨ, ਤੇ ਸਾਰੇ ਗੁਣ ਉਹੀ ਹਨ ਜੋ ਵੱਖੋ-ਵੱਖ ਥਾਂ ਤੇ ਗੁਰਮੁਖ ਦੇ ਗੁਣ ਦੱਸੇ ਗਏ ਹਨ। ਤਾਂ ਹਰ ਗੁਰਸਿੱਖ ਦੇ ਵਾਸਤੇ ਜਿਹੜੀ ਗੁਰਮੁਖ ਦੀ ਅਵਸਥਾ ਨੂੰ ਪ੍ਰਾਪਤ ਕਰਨ ਦੇ ਯਤਨ ਤਾਂ ਕਰਨਯੋਗ ਨੇ। ਹੋਰ ਅਜਿਹੀਆਂ ਅਵਸਥਾਵਾਂ ਦਾ ਸਾਡੇ ਨਾਲ ਨਾ ਕੋਈ ਸੰਬੰਧ ਹੈ, ਨਾ ਹੀ ਇਹ ਸਾਡੇ ਪ੍ਰਾਪਤ ਕਰਨ ਯੋਗ ਜਿਹੜੇ ਅਵਸਥਾਵਾਂ ਹਨ, ਤੇ ਨਾ ਹੀ ਸਾਡੇ ਬ੍ਰਹਮ ਗਿਆਨੀ ਬਣਨ ਦੇ ਯਤਨ ਗੁਰਮਤਿ ਦੇ ਵਿੱਚ ਅਨੁਕੂਲ ਬੈਠਦੇ ਹਨ। ਜੀ, ਆਸ ਹੈ ਗੱਲ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਲੀਅਰ ਹੋ ਗਈ ਹੋਵੇਗੀ। ਬਹੁਤ ਸਾਰੀਆਂ ਭੁੱਲਾਂ ਜ਼ਰੂਰ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਬੇਸ਼ੱਕ ਸਵਾਲ ਬੜਾ ਡੂੰਘਾ ਸੀ, ਪਰ ਵੀਰ ਭਰਾ ਪ੍ਰੀਤਮ ਸਿੰਘ ਨੇ ਬੜੇ ਹੀ ਵਧੀਆ ਤਰੀਕੇ ਨਾਲ ਔਰ ਗੁਰਬਾਣੀ ਦੀ ਵਿੱਚੋਂ ਹੀ ਸਾਰੀਆਂ ਉਦਾਹਰਨਾਂ ਲੈ ਕੇ ਸਾਨੂੰ ਦੱਸਿਆ ਵੀ ਇਹ ਬ੍ਰਹਮ ਗਿਆਨੀ ਦੀ ਪਦਵੀ ਕੀ ਹੈ ਜਾਂ ਕਿਉਂ ਕਹਿੰਦੇ ਨੇ, ਕਿਸ ਤਰ੍ਹਾਂ। ਔਰ ਬ੍ਰਹਮ ਗਿਆਨੀ ਜੋ ਸ਼ਬਦ, ਜੋ ਅਰਥ ਨੇ ਬ੍ਰਹਮ ਔਰ ਗਿਆਨ ਦੇ, ਉਹ ਵੀ ਉਹਨਾਂ ਨੇ ਬਖੂਬੀ ਸਾਨੂੰ ਦੱਸੇ ਨੇ। ਭਗਤ ਨਾਮਦੇਵ ਜੀ ਲਿਖਦੇ ਨੇ ਜੀ ਆਪਣੇ ਇੱਕ ਸ਼ਬਦ ਵਿੱਚ ਕਿ ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਉਹ ਕਹਿੰਦੇ ਵੀ ਫਜ਼ੂਲ ਦੀ ਬਹਿਸ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਨੂੰ ਸੱਚਮੁੱਚ ਕੁਝ ਪ੍ਰਾਪਤੀ ਹੋ ਜਾਂਦੀ ਹੈ, ਭਾਵ ਜਿਹੜੇ ਆਤਮਿਕ ਉਚਾਈਆਂ ਤੇ ਪਹੁੰਚ ਜਾਂਦੇ ਨੇ, ਉਹ ਇਹਨਾਂ ਬਹਿਸਾਂ 'ਚ ਨਹੀਂ ਪੈਂਦੇ ਵੀ ਕੀ ਹੈ। ਤੇ ਦੂਜੀ ਗੱਲ ਇਹ ਵੀ ਹੈ, ਜਿਸ ਮਨੁੱਖ ਨੇ ਕੁਝ ਪ੍ਰਾਪਤ ਕੀਤਾ ਹੁੰਦਾ ਨਾ ਜੀ, ਉਹ ਆਪਣੇ ਢੰਡੋਰਾ ਨਹੀਂ ਦਿੰਦਾ। ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸਕੋ ਨਾ ਡੋਲੇ। ਸੋ ਇਸ ਕਰਕੇ ਉਚੇਚੇ ਤੌਰ ਤੇ ਜਿਹੜੇ ਕੋਈ ਆਪਣੇ ਨਾਮ ਨਾਲ ਕੋਈ ਇਹੋ ਜਿਹੇ ਤਖੱਲਸ ਲਾਉਂਦੇ ਨੇ, ਸਮਝ ਲਓ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਇਹਦੇ 'ਚ ਹਉਮੈ ਦਾ ਪ੍ਰਗਟਾਵਾ ਹੈ। ਅਗਰ ਕੁਝ ਪ੍ਰਾਪਤੀ ਹੋਵੇ, ਜਿਸ ਵੇਲੇ ਫਲਦਾਰ ਦਰਖਤ ਨੂੰ ਫਲ ਲੱਗਦੇ ਨੇ, ਉਹ ਨੀਵਾਂ ਹੁੰਦਾ ਹੈ। ਤੇ ਜਿਸ ਵੇਲੇ ਮਨੁੱਖ ਨੂੰ ਕੁਝ ਪ੍ਰਾਪਤੀ ਹੋਵੇ, ਆਮ ਮਨੁੱਖ ਜਿਹੜਾ ਉਹ ਬਜਾਏ ਨੀਵਾਂ ਨਹੀਂ, ਉਹਦੇ ਤੇ ਈਗੋ ਆ ਜਾਂਦੀ ਹੈ, ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਆਕੜ ਆ ਜਾਂਦੀ ਹੈ। ਗੁਰਬਾਣੀ ਸਾਨੂੰ ਪੈਰ ਪੈਰ ਤੇ ਖਬਰਦਾਰ ਕਰਦੀ ਹੈ। ਲੋੜ ਹੈ ਅਸੀਂ ਗੁਰਬਾਣੀ ਦੇ ਇਸ ਕਰਕਸ ਨਾਲ ਜੁੜ ਕੇ ਆਪਣਾ ਜੀਵਨ ਇੱਕ ਬਹੁਤ ਹੀ ਨਿਮਰਤਾ ਵਾਲਾ ਔਰ ਸਹਿਜ ਵਾਲਾ ਜੀਵਨ ਜਿਹੜਾ ਬਣਾ ਸਕੀਏ। ਸਤਿਗੁਰੂ ਕਿਰਪਾ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੋ ਸਾਧ ਸੰਗਤ ਜੀ, ਸਰ ਹਰਪਾਲ ਸਿੰਘ ਜੀ USA ਤੋਂ, ਉਹਨਾਂ ਦਾ ਇਹ ਸਵਾਲ ਆਇਆ ਕਿ ਵਾਇਨ ਚੇਲੇ ਨੱਚਨ ਗੁਰ, ਪੈਰ ਹਿਲਾਇਨ ਫੇਰਨ ਸਿਰ। ਉਹ ਕਹਿੰਦੇ ਕਿ ਇਸ ਦੇ ਵਿੱਚ ਸਮਝ ਨਹੀਂ ਆ ਰਹੀ ਬਈ ਇਹ ਜਿਹੜਾ ਬਹੁਤ ਸਾਰੇ ਵਿੱਚ ਉਦਾਹਰਨਾਂ ਦਿੱਤੀਆਂ ਨੇ, ਇਹਦਾ ਅਰਥ ਕੀ ਹੈ ਤੇ ਇਹਦਾ ਸਾਡੇ ਆਤਮਿਕ ਉਚਾਈ ਨਾਲ ਕੀ ਤਾਲੁਕ ਹੈ। ਤੋ ਵੀਰ ਕਿੱਕਰ ਸਿੰਘ ਜੀ, ਆਪ ਕਿਰਪਾ ਕਰੋ, ਇਹ ਜੋ ਸ਼ਲੋਕ ਹੈ, ਇਹ ਆਸਾ ਕੀ ਵਾਰ ਦਾ ਸ਼ਲੋਕ ਹੈ, ਉਹਨੂੰ ਕਿਰਪਾ ਕਰਕੇ ਇਸ ਨੂੰ ਆਪਾਂ ਨੂੰ ਖੋਲ ਕੇ ਦੱਸ ਦਿਓ, ਤਾਂ ਜੇ ਜਿਹੜੇ ਸਵਾਲ ਕਰਤਾ ਨੇ ਔਰ ਬਾਕੀ ਸੰਗਤ ਵੀ ਇਹ ਤੋਂ ਲਾਭ ਲੈ ਸਕੇ। ਵੀਰ ਕਿੱਕਰ ਸਿੰਘ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ੇ ਅਧੀਨ ਜੋ ਸ਼ਲੋਕ ਆਇਆ ਜੀ, ਪਹਿਲੀ ਪਾਤਸ਼ਾਹੀ ਦਾ ਉਚਾਰਨ ਕੀਤਾ ਹੋਇਆ, ਔਰ ਇਹ ਸ਼ਲੋਕ ਆਸਾ ਦੀ ਵਾਰ ਵਿੱਚ ਹੈ ਜੀ, ਜਿਹਦੀਆਂ ਕੁੱਲ 24 ਪੌੜੀਆਂ ਹਨ। ਤਕਰੀਬਨ ਹਰ ਇੱਕ ਪੌੜੀ ਨਾਲ 2 ਜਾਂ 3 ਸ਼ਲੋਕ ਵੀ ਆਏ ਹਨ। ਜਿਹੜਾ ਵਿਸ਼ੇ ਅਧੀਨ ਸ਼ਲੋਕ ਹੈ, ਇਹ 5 ਨੰਬਰ ਪੌੜੀ ਨਾਲ ਆਇਆ ਹੈ ਜੀ, ਜਿਸ ਦੇ ਨਾਲ 2 ਸ਼ਲੋਕ ਹਨ। ਸੋ ਮੈਂ ਸਮਝਦਾ ਵੀ ਉਹਨਾਂ ਸ਼ਲੋਕਾਂ ਦਾ ਪਾਠ ਪਹਿਲਾਂ ਕਰ ਲਿਆ ਜਾਵੇ, ਤਾਂ ਕਿ ਅਸੀਂ ਫਿਰ ਜਿਹੜਾ ਉਹਦਾ ਵਿਸਥਾਰ ਹੈ ਉਹ ਕਰ ਸਕੀਏ। ਸ਼ਲੋਕ ਮਹਿਲਾ ਪਹਿਲਾ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬਹਿ ਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ, ਵਰਤਨ ਸਰਬ ਜੰਜਾਲ, ਨਾਨਕ ਮੂਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਸੋ ਇਹ ਪਹਿਲਾ ਸ਼ਲੋਕ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਜਿਸ ਦੇ ਵਿੱਚ ਉਹ ਸਮਝਾ ਰਹੇ ਹਨ ਕਿ ਮਾਨੋ ਜਿਵੇਂ ਜਿਹੜਾ ਦਿਨ ਤੇ ਰਾਤ ਹੈ, ਇਹਦੇ ਵਿੱਚ ਸਮੇਂ ਦੀ ਇਕਾਈ ਦੀਆਂ 60 ਘੜੀਆਂ ਹੁੰਦੀਆਂ, 24 ਮਿੰਟ ਦੀ ਇੱਕ ਘੜੀ ਹੁੰਦੀ ਹੈ, ਤੇ 1 ਘੰਟੇ ਦੇ ਵਿੱਚ ਤਕਰੀਬਨ 2.5 ਘੜੀਆਂ ਹੁੰਦੀਆਂ। ਇਹ ਵੱਖ-ਵੱਖ ਏਰੀਏ ਖੇਤਰ ਦੇ ਵਿੱਚ ਵੱਡੀਆਂ ਛੋਟੀਆਂ ਵੀ ਹੁੰਦੀਆਂ, ਲੇਕਿਨ ਜੋ ਪ੍ਰਵਾਨਿਤ ਹੈ ਉਹ 24 ਮਿੰਟ ਦੀ ਘੜੀ ਮੰਨੀ ਗਈ ਹੈ। ਸੋ ਮਾਨੋ ਵੀ ਜਿਹੜੀਆਂ ਸਮੇਂ ਦੀਆਂ ਇਕਾਈਆਂ ਹਨ, ਘੜੀਆਂ, ਉਹ ਗੋਪੀਆਂ ਹਨ, ਤੇ ਜੋ ਪਹਿਰ ਹੈ 3 ਘੰਟਿਆਂ ਦਾ ਇੱਕ ਪਹਿਰ ਹੈ, ਤੇ ਦਿਨ ਤੇ ਰਾਤ ਜੋ ਹੁੰਦੇ ਆ ਉਹ 8 ਪਹਿਰ ਦੇ ਹੁੰਦੇ ਆ। ਸੋ ਮਾਨੋ ਉਹ ਕ੍ਰਿਸ਼ਨ ਅਤੇ ਗੋਪਾਲ ਹਨ। ਇਹ ਕੇਵਲ ਸਮਝਣ ਵਾਸਤੇ ਹੈ। ਗਹਿਣੇ ਪਾਉਣ ਪਾਣੀ ਬਹਿ ਸੰਤਰ, ਮਾਨੋ ਜਿਹੜੀਆਂ ਗੋਪੀਆਂ ਨੇ ਰਾਤ ਦੇ ਵਿੱਚ ਨੱਚਣਾ ਹੈ, ਉਹਨਾਂ ਨੇ ਗਹਿਣੇ ਕਾਹਦੇ ਪਾਏ ਹੋਏ ਆ ਜੀ? ਪਾਉਣ ਪਾਣੀ ਬਹਿ ਸੰਤਰ। ਅਤੇ ਜਿਹੜੇ ਉਹਨਾਂ ਦੇ ਨਾਲ ਲੜਕੇ ਨੱਚਦੇ ਹਨ, ਜਾਂ ਜਿਹੜੇ ਅਵਤਾਰਾਂ ਦਾ ਰੂਪ ਧਾਰ ਕੇ ਨੱਚਦੇ ਹਨ, ਮੰਨ ਲਓ ਵੀ ਉਹ ਚੰਦ ਤੇ ਸੂਰਜ ਹਨ। ਸਗਲੀ ਧਰਤੀ ਮਾਲ ਧਨ, ਅਤੇ ਸਾਰੀ ਹੀ ਧਰਤੀ ਮਾਨੋ ਜਿਵੇਂ ਇੱਕ ਮਾਲ ਸੁਭਾਵ ਹੈ, ਤੇ ਜੋ ਉਹਦੇ ਵਿੱਚ ਵਰਤੋਂ ਵਾਲਾ ਸਮਾਨ ਹੁੰਦਾ ਰਾਤ ਦੇ ਵਿੱਚ, ਸਾਰਾ ਵਰਤ ਵਲੇਵਾ, ਉਹ ਮਾਨੋ ਇੱਕ ਜੰਜਾਲ ਹੈ, ਸਾਰੇ ਜੰਜਾਲ ਹਨ। ਅਸਲ ਵਿੱਚ ਜੋ ਉਪਦੇਸ਼ ਦੇਣਾ ਚਾਹੁੰਦੇ ਆ ਗੁਰੂ ਸਾਹਿਬ, ਨਾਨਕ ਮੁਸੈ ਗਿਆਨ ਵਿਹੂਣੀ, ਹੇ ਨਾਨਕ ਜੀ
ਇਹ ਸਾਰੀ ਲੋਕਾਈ ਇਸ ਤਰ੍ਹਾਂ ਕਰਦੀ ਹੋਈ ਗਿਆਨ ਤੋਂ ਸਖਣੀ ਠੱਗੀ ਜਾ ਰਹੀ ਹੈ। ਤੇ ਜਿਹੜਾ ਜਮਕਾਲ ਹੈ, ਮੌਤ ਦਾ ਫਰਿਸ਼ਤਾ ਹੈ, ਉਹ ਦਿਨ ਬ ਦਿਨ ਇੱਕ ਦਿਨ ਕਰਕੇ ਇਸ ਸੰਸਾਰ ਨੂੰ, ਭਾਵ ਜੀਵ ਨੂੰ ਖਾਈ ਜਾ ਰਿਹਾ ਹੈ। ਜੇ ਆਪਾਂ ਥੋੜਾ ਜਿਹਾ ਹਿਸਾਬ ਲਾਈਏ ਤਾਂ ਆਮ ਜਿਹੜੀ ਔਸਤ ਉਮਰ ਹੈ ਉਹ ਤਕਰੀਬਨ 70 ਜਾਂ 80 ਸਾਲ ਹੁੰਦੀ ਹੈ, ਜਿਹਦੇ ਕੁੱਲ ਮਿਲਾ ਕੇ ਜਾਂ 25,000 ਜਾਂ 30,000 ਹੀ ਘੰਟੇ ਬਣਦੇ ਆ, ਦਿਨ ਬਣਦੇ ਆ। ਤੇ ਇਸ ਕਰਕੇ ਵੀ ਸਾਡਾ ਰੋਜ਼ਾਨਾ ਇੱਕ ਦਿਨ ਕਰਕੇ ਹੀ ਘਟਦਾ ਜਾ ਰਿਹਾ ਹੈ, ਭਾਵ ਉਹ ਜਮਕਾਲ ਸਾਨੂੰ ਇੱਕ ਦਿਨ ਕਰਕੇ ਖਾਈ ਜਾ ਰਿਹਾ ਹੈ। ਅਗਲਾ ਜਿਹੜਾ ਸ਼ਲੋਕ ਹੈ ਜੀ, ਵਿਸ਼ੇ ਅਧੀਨ ਮਹਿਲਾ ਪਹਿਲਾ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ, ਜਾਕਾ ਕੀਆ ਸਗਲ ਜਹਾਨ। ਸੇਵਕ ਸੇਵੇਂ ਕਰਮ ਚੜਾਓ, ਭਿੰਨੀ ਰਹਿਣ ਜਿਨ੍ਹਾਂ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਬਾਰੋਲੇ ਬਹੁਤ ਅਨੰਤ। ਲਾਟੂ ਮਾਧਾਣੀਆਂ ਅਨਗਾ, ਪੰਖੀ ਭੌਂਦੀਆਂ ਲੈਣ ਨਾ ਸਾਹ। ਸੂਏ ਚਾੜ ਪੁਆਈਏ ਜੰਤ, ਨਾਨਕ ਭੌਂਦਿਆਂ ਗਣਤ ਨਾ ਅੰਤ। ਬੰਧਨ ਬੰਧ ਪੁਆਏ ਸੋਏ, ਪਏ ਕਿਰਤ ਨੱਚੈ ਸਭ ਕੋਏ। ਨੱਚ ਨਾ ਸਰਸੇ ਚੱਲੇ ਸੇ ਰੋਏ, ਉੱਡ ਨਾ ਜਾਹੀਂ ਸਿੱਧ ਨਾ ਹੋਏ, ਸਿੱਧ ਨਾ ਹੋਏ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ੍ਹਾਂ ਮਨ ਭਾਓ ਤਿੰਨਾ ਮਨ ਭਾਓ। ਥੋੜਾ ਜਿਹਾ ਮੈਂ ਸੰਖੇਪ ਦੇ ਵਿੱਚ ਕਰਦਾ ਜੀ। ਵਾਇਨ ਵਜਾਉਂਦੇ ਹਨ, ਸਾਜ਼ ਵਜਾਉਂਦੇ ਹਨ, ਜੋ ਰਾਸ ਪੁਰਾਤਨ ਸਮਿਆਂ ਦੇ ਵਿੱਚ ਗਲੀਆਂ ਦੇ ਵਿੱਚ ਨੱਚ ਕੇ ਰਾਸ ਧਾਰੀਏ ਪਾਉਂਦੇ ਸਨ। ਇਹ ਸਾਰਾ ਉਹਨਾਂ ਦਾ ਗੁਰੂ ਸਾਹਿਬ ਨੇ ਦ੍ਰਿਸ਼ ਖਿੱਚਿਆ ਜੀ। ਭਾਵ ਚੇਲੇ ਸਾਜ਼ ਵਜਾਉਂਦੇ ਹਨ ਅਤੇ ਉਸ ਇਕੱਠ ਦੇ ਵਿੱਚ ਉਹਨਾਂ ਦੇ ਗੁਰੂ ਆ ਜਿਹੜੇ ਉਹ ਨੱਚਦੇ ਹਨ। ਉਹ ਪੈਰ ਹਿਲਾਉਂਦੇ ਹਨ, ਪੈਰ ਅੱਗੇ ਪਿੱਛੇ, ਜਿਵੇਂ ਆਪਾਂ ਨੂੰ ਪਤਾ ਹੀ ਹੈ ਜਿਵੇਂ ਨੱਚਿਆ ਜਾਂਦਾ ਹੈ। ਤੇ ਉਹ ਆਪਣਾ ਸਿਰ ਵੀ ਘੁਮਾਉਂਦੇ ਹਨ, ਸੱਜੇ ਖੱਬੇ ਅੱਗੇ ਪਿੱਛੇ ਸਿਰ ਵੀ ਫੇਰਦੇ ਹਨ। ਤੇ ਉਹਨਾਂ ਦੇ ਨੱਚਣ ਨਾਲ, ਕੁੱਦਣ ਨਾਲ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਸਾਰੇ ਰਾਹ ਡੰਡੀਆਂ ਕੱਚੇ ਹੁੰਦੇ ਸੀ, ਤੇ ਉਹਨਾਂ ਨਾਲ ਉੱਡ ਉੱਡ ਕੇ ਜਿਹੜਾ ਮਿੱਟੀ ਘੱਟਾ ਉਹ ਸਿਰ ਵਿੱਚ ਪੈਂਦਾ ਸੀ। ਤੇ ਉਹਨਾਂ ਨੂੰ ਵੇਖ ਕੇ ਜਿਹੜੇ ਲੋਕ ਵੇਖਣ ਵਾਲੇ ਸੀ, ਉਹ ਲੋਕਾਈ ਵੇਖਦੀ ਸੀ, ਸੰਸਾਰ ਵੇਖਦਾ ਸੀ, ਤੇ ਉਹਨਾਂ ਦੀਆਂ ਗੱਲਾਂ ਕਰ ਕਰਕੇ ਘਰੇ ਜਾ ਕੇ ਉਹਨਾਂ ਤੇ ਹੱਸਦੇ ਵੀ ਸੀ। ਰੋਟੀਆਂ ਕਾਰਨ ਪੂਰੇ ਤਾਲ। ਗੁਰੂ ਸਾਹਿਬ ਕਹਿੰਦੇ ਅਸਲ ਵਿੱਚ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਕੇਵਲ ਆਪਣੀਆਂ ਰੋਟੀਆਂ ਕਮਾਉਣ ਵਾਸਤੇ ਹੈ, ਭਾਵ ਲੋਕਾਂ ਨੂੰ ਦਿਖਾਉਣ ਵਾਸਤੇ। ਅੱਜ ਕੱਲ੍ਹ ਵੀ ਗਲੀਆਂ ਦੇ ਵਿੱਚ ਕੋਈ ਆਊਗਾ ਤੇ ਉਹ ਸਵੇਰੇ ਸਵੇਰੇ ਆਪਣੇ ਇਸ਼ਟ ਦੇ ਮੁਤਾਬਕ ਭਜਨ ਗਾਉਂਦਾ ਜਾਂਦਾ ਹੈ, ਤੇ 2-4 ਘੰਟਿਆਂ ਬਾਅਦ ਫਿਰ ਉਹ ਘਰ ਘਰ ਮੰਗਦਾ ਹੁੰਦਾ ਹੈ, ਮੈਂ ਜੀ ਸਵੇਰੇ ਰਾਸ ਪਾ ਕੇ ਗਿਆ ਤੇ ਕੁਝ ਨਾ ਕੁਝ ਮੈਨੂੰ ਖਾਣ ਪੀਣ ਨੂੰ ਜਾਂ ਕੋਈ ਕੱਪੜਾ ਜਾਂ ਕੋਈ ਰੁਪਈਆ ਪੈਸਾ ਦਿਓ। ਇਹ ਅੱਜ ਕੱਲ੍ਹ ਵੀ ਕਈ ਥਾਈਂ ਚੱਲ ਰਿਹਾ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਉਹ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਧਰਤੀ ਨਾਲ ਪਟਕਦੇ ਹਨ, ਪਛਾੜਦੇ ਹਨ। ਗਾਵਨ ਗੋਪੀਆਂ ਗਾਵਨ ਕਾਨ। ਇਸ ਤਰ੍ਹਾਂ ਜਿਹੜੇ ਰਾਸ, ਕੋਈ ਗੋਪੀ ਬਣਿਆ ਹੁੰਦਾ ਤੇ ਕੋਈ ਕ੍ਰਿਸ਼ਨ ਬਣਿਆ ਹੁੰਦਾ। ਬਹੁ ਗਿਣਤੀ ਦੇ ਵਿੱਚ ਲੜਕੇ ਲੜਕੀਆਂ ਇਕੱਠੇ ਹੋ ਕੇ, ਕੋਈ ਗੋਪੀਆਂ ਬਣ ਕੇ ਤੇ ਕੁਝ ਕਾਨ ਕ੍ਰਿਸ਼ਨ ਬਣ ਕੇ ਉਹਨਾਂ ਦੇ ਵਿੱਚ ਗਾਉਂਦੇ ਹਨ। ਗਾਵਨ ਸੀਤਾ ਰਾਜੇ ਰਾਮ। ਇਸ ਤਰ੍ਹਾਂ ਹੀ ਰਾਮ ਚੰਦਰ ਬਣ ਕੇ, ਰਾਜੇ ਬਣ ਕੇ ਅਤੇ ਸੀਤਾ ਬਣ ਕੇ ਵੀ ਉਹ ਆਪਣੇ ਇਹਨਾਂ ਰਾਸ ਵਿੱਚ ਗਾਉਂਦੇ ਹਨ। ਅਸਲ ਵਿੱਚ ਗੁਰੂ ਸਾਹਿਬ ਕਹਿੰਦੇ ਨਿਰਭਉ ਨਿਰੰਕਾਰ ਸਚ ਨਾਮ। ਅਸਲ ਵਿੱਚ ਜਿਹੜਾ ਨਿਰਭਉ ਹੈ ਉਹ ਹੈ ਜੀ ਪਰਮਾਤਮਾ, ਅਤੇ ਉਸਦਾ ਨਾਮ ਹੀ ਸੱਚਾ ਹੈ। ਜਾਕਾ ਕੀਆ ਸਗਲ ਜਹਾਨ। ਇਹ ਉਸਦਾ ਹੀ ਸਾਰਾ ਜਹਾਨ ਪੈਦਾ ਕੀਤਾ ਹੋਇਆ ਹੈ, ਜੋ ਨਿਰੰਕਾਰ ਹੈ, ਜਿਸਦਾ ਨਾਮ ਸੱਚਾ ਹੈ ਅਤੇ ਜੋ ਨਿਰਭਉ ਹੈ। ਸੇਵਕ ਸੇਵੇਂ। ਅਸਲ ਵਿੱਚ ਉਹੀ ਸੇਵਕ ਪਰਮਾਤਮਾ ਦਾ ਚਿੰਤਨ ਕਰਦੇ ਹਨ, ਉਹਦੀ ਸੇਵਾ ਕਰਦੇ ਹਨ। ਕਰਮ ਚੜਾਓ। ਜਿਨ੍ਹਾਂ ਦੇ ਕਰਮ ਵਿੱਚ ਚੜ੍ਹਦੀ ਕਲਾ ਹੈ, ਕਰਮ ਚੜਾਓ ਵਾਲਾ ਹੈ। ਇੱਕ ਲਹਿੰਦੀ ਕਲਾ ਹੁੰਦੀ ਹੈ, ਇੱਕ ਚੜ੍ਹਦੀ ਕਲਾ ਹੁੰਦੀ ਹੈ। ਜਿਨ੍ਹਾਂ ਦੇ ਕਰਮ ਵਿੱਚ ਚੜ੍ਹਦੀ ਕਲਾ, ਚੜਾਓ ਵਾਲਾ ਕਰਮ ਹੈ ਜਿਨ੍ਹਾਂ ਦਾ, ਅਸਲ ਵਿੱਚ ਉਹ ਹੀ ਮਾਲਕ ਦੀ ਸੇਵਾ ਕਰਦੇ ਹਨ। ਭਿੰਨੀ ਰਹਿਣ ਜਿਨ੍ਹਾਂ ਮਨ ਚਾਓ।
ਜਿਨ੍ਹਾਂ ਦੇ ਮਨ ਵਿੱਚ ਇਹ ਚਾਅ ਹੁੰਦਾ ਹੈ ਪਰਮਾਤਮਾ ਦੀ ਸੇਵਾ ਕਰਨ ਦਾ, ਪਰਮਾਤਮਾ ਦਾ ਚਿੰਤਨ ਕਰਨ ਦਾ, ਉਹਨਾਂ ਦੀ ਇਹ ਜ਼ਿੰਦਗੀ ਰੂਪੀ ਰਾਤ ਮਾਨੋ ਇਉਂ ਹੈ ਜਿਵੇਂ ਇੱਕ ਤਰੇਲ ਨਾਲ ਭਿੱਜੀ ਹੋਈ ਰਾਤ, ਭਾਵ ਸੁਖਦਾਈ ਜ਼ਿੰਦਗੀ ਬੀਤਦੀ ਆ। ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਸਿੱਖਿਆ ਮਨੁੱਖ ਨੂੰ ਆਉਂਦੀ ਕਿੱਥੋਂ ਹੈ? ਇਹ ਸਿੱਖਿਆ ਮਿਲਦੀ ਕਿੱਥੋਂ ਹੈ? ਗੁਰੂ ਦੀ ਵਿਚਾਰ ਵਿੱਚੋਂ। ਨਜ਼ਰੀ ਕਰਮ ਲੰਘਾਏ ਪਾਰ, ਨਜ਼ਰ ਕਰਨ ਵਾਲਾ ਪਰਮਾਤਮਾ, ਇਹਨੂੰ ਬਿਨਾਂ ਬਿੰਦੀ ਤੋਂ ਹੀ ਉਚਾਰਨ ਕਰਨਾ ਜ਼ਰੂਰੀ ਹੈ ਜੀ। ਨਜ਼ਰੀ ਨਹੀਂ ਪੜ੍ਹਨਾ, ਨਜ਼ਰੀ ਨਜ਼ਰ ਕਰਨ ਵਾਲਾ, ਜਿਵੇਂ ਖਬਰੀ ਸ਼ਬਦ ਹੈ ਖਬਰ ਦੇਣ ਵਾਲਾ, ਐਵੇਂ ਨਜ਼ਰੀ ਕਰਮ ਲੰਘਾਏ ਪਾਰ, ਉਹ ਮਨੁੱਖ ਦੇ ਕਰਮ ਕਰਕੇ ਬਖਸ਼ਿਸ਼ ਕਰਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਨਜ਼ਰ ਕਰਨ ਵਾਲਾ ਕੌਣ ਹੈ ਜੀ? ਪਰਮਾਤਮਾ। ਸੋ ਪਰਮਾਤਮਾ ਜੀਵ ਦੇ ਉੱਤੇ ਬਖਸ਼ਿਸ਼ ਕਰਕੇ ਇਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਨੱਚਣ ਵਾਲੇ ਤਾਂ ਅਨੇਕਾਂ ਹੀ ਹੈ, ਇੱਥੇ ਕੋਈ ਗਿਣਤੀ ਮਿੰਤੀ ਨਹੀਂ। ਜੇਕਰ ਉਹਨਾਂ ਦੀ ਗਿਣਤੀ ਕਰਨ ਲੱਗੀਏ ਤਾਂ ਸਾਰਾ ਸੰਸਾਰ ਹੀ ਨੱਚ ਰਿਹਾ। ਉਹ ਗੁਰੂ ਸਾਹਿਬ ਨੇ ਗਿਣਤੀ ਵੀ ਦੱਸੀ ਹੈ, ਕੋਲੂ, ਚਰਖਾ, ਚੱਕੀ, ਚੱਕ, ਥਲ, ਬਰੋਲੇ, ਬਹੁਤ ਅਨੰਤ, ਲਾਟੂ, ਮਾਧਾਣੀਆਂ, ਅਨਗਾਹ, ਪੰਖੀ, ਭੌਂਦੀਆਂ, ਲੈਣ ਨਾ ਸਾਹ, ਸੂਏ, ਚਾੜ, ਭੁਆਈਏ, ਜੰਤ। ਗੁਰੂ ਸਾਹਿਬ ਕਹਿੰਦੇ ਵੀ ਹਰ ਇੱਕ ਦਾ ਸੈਂਟਰ ਪੁਆਇੰਟ ਹੈ। ਜਿਵੇਂ ਅਸੀਂ ਘਰੋਂ ਜਾਂਦੇ ਹਾਂ ਸਵੇਰੇ ਕੰਮ ਕਰ ਲਈ, ਸ਼ਾਮ ਨੂੰ ਫੇਰ ਆ ਗਏ, ਜਿਵੇਂ ਪੰਛੀ ਇੱਕ ਦਰਖਤ ਤੋਂ ਉੱਡਿਆ, ਉਹ ਬਾਹਰ ਚੋਗਾ ਚੁੱਕ ਕੇ ਫੇਰ ਦਰਖਤ ਤੇ ਆ ਗਿਆ, ਇਸੇ ਤਰ੍ਹਾਂ ਹੀ ਬਾਕੀ ਜੀਵ ਆ ਸਾਰੇ, ਉਹ ਆਪਣੀ ਕਾਰ ਵਿਹਾਰ ਲਈ ਦਿਨੇ ਨਿਕਲਦੇ ਆ, ਸ਼ਾਮ ਨੂੰ ਫਿਰ ਆਪਣੇ ਉਸ ਟਿਕਾਣੇ ਤੇ ਆ ਜਾਂਦੇ ਆ, ਪਰ ਹਰ ਇੱਕ ਆਪੋ ਆਪਣੇ ਸੈਂਟਰ ਪੁਆਇੰਟ ਦੇ ਆਲੇ ਦੁਆਲੇ ਉਹ ਕਿਰਤ ਦੇ ਕਾਰਨ ਘੁੰਮ ਰਿਹਾ ਹੈ। ਨਾਨਕ ਭਾਉਂਦਿਆਂ ਗੰਤ ਨਾ ਅੰਤ, ਇਸ ਕਰਕੇ ਉਹਨਾਂ ਦੀ ਕੋਈ ਗਿਣਤੀ ਮਿੰਤੀ ਨਹੀਂ ਹੋ ਸਕਦੀ। ਭਾਵ ਕੀ ਹੈ ਵੀ ਸਾਰਾ ਸੰਸਾਰ ਹੀ ਮਾਨੋ ਘੁੰਮ ਰਿਹਾ ਹੈ। ਬੰਧਨ ਬੰਧ ਪੁਆਏ ਸੋਏ, ਅਸਲ ਵਿੱਚ ਜੀਵ ਦੇ ਵੀ ਕੀ ਵਸ ਹੈ? ਇਹ ਤਾਂ ਪਰਮਾਤਮਾ ਜੋ ਹੈ ਇਹ ਸਾਰੇ ਸੰਸਾਰ ਨੂੰ ਮਤਲਬ ਕਿ ਉਹਨਾਂ ਦੇ ਕੀਤੇ ਕਰਮਾਂ ਦੇ ਅਨੁਸਾਰ ਭਵਾ ਰਿਹਾ ਹੈ। ਪੈ ਕਿਰਤ ਨੱਚੈ ਸਭ ਕੋਈ, ਜਿਹੋ ਜਿਹੀ ਕਿਰਤ ਦੇ ਕਾਰਨ ਇਹ ਸਾਰਾ ਸੰਸਾਰ ਹੀ ਸਭ ਕੋਈ ਨੱਚ ਰਿਹਾ। ਨੱਚ ਨੱਚ ਹੱਸੇ, ਅਸਲ ਵਿੱਚ ਜਿਹੜੇ ਨੱਚ ਨੱਚ ਕੇ ਪ੍ਰਸੰਨ ਹੁੰਦੇ ਹਨ, ਖੁਸ਼ ਹੁੰਦੇ ਹਨ, ਲੇਕਿਨ ਜਾਣ ਵੇਲੇ ਚੱਲੇ ਸਿਰ ਹੋਏ, ਇੱਥੋਂ ਜਾਣ ਵੇਲੇ ਉਹ ਰੋਕ ਕੇ ਜਾਂਦੇ ਹਨ, ਭਾਵ ਖਾਲੀ ਹੱਥ ਜਾਂਦੇ ਹਨ, ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ। ਉੱਡ ਨਾ ਜਾਹੀਂ ਸਿੱਧ ਨਾ ਹੋਏ, ਨਾ ਤਾਂ ਉਹ ਸਿੱਧ ਪੁਰਸ਼ ਬਣਦੇ ਹਨ, ਭਾਵ ਤੇ ਨਾ ਹੀ ਉਹਨਾਂ ਦੀ ਜਿਹੜੀ ਆਤਮਿਕ ਉਡਾਰੀ ਹੈ ਉਹ ਵੀ ਨਹੀਂ ਹੁੰਦੀ। ਉਹਨਾਂ ਦਾ ਜੀਵਨ ਪੱਧਰ, ਉਹਨਾਂ ਦੀ ਆਤਮਿਕ ਸੋਚ ਉਹ ਬੜੇ ਨੀਵੀਂ ਪੱਧਰ ਦੀ ਹੁੰਦੀ ਹੈ। ਨੱਚਣ ਕੁੱਦਣ ਮਨ ਕਾ ਚਾਓ, ਗੁਰੂ ਸਾਹਿਬ ਕਹਿੰਦੇ ਜਿਹੜੇ ਆ ਰਾਸਾਂ ਦੇ ਵਿੱਚ ਨੱਚਣ ਵਾਲੇ ਤੇ ਕੁੱਦਣ ਵਾਲੇ, ਇਹ ਤਾਂ ਕੇਵਲ ਇੱਕ ਮਨ ਦਾ ਚਾਅ ਪੂਰਾ ਕਰਦੇ ਆ, ਇਹਦਾ ਆਤਮਿਕ ਕੋਈ ਲਾਭ ਨਹੀਂ ਹੈ। ਨਾਨਕ ਜਿੰਨਾ ਮਨ ਭਾਉ ਤਿੰਨਾ ਮਨ ਭਾਉ, ਅਸਲ ਵਿੱਚ ਨਾਨਕ ਜੀ ਕਹਿ ਰਹੇ ਨੇ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਭਾਉ ਹੈ, ਡਰ ਹੈ, ਅਦਬ ਹੈ, ਉਹਨਾਂ ਦੇ ਮਨ ਵਿੱਚ ਹੀ ਉਸ ਮਾਲਕ ਦਾ ਪ੍ਰੇਮ ਹੈ। ਸੋ ਇੰਨੇ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਨ ਜੀ ਨੇ ਤਰੀਕਾ ਬੜਾ ਅਜੀਬ ਵਰਤਿਆ ਸਾਨੂੰ ਲੋਕਾਈ ਨੂੰ ਸਮਝਾਉਣ ਲਈ। ਉਹਨਾਂ ਨੇ ਸਾਡੇ ਆਮ ਜਨ ਜੀਵਨ ਚੋਂ ਉਦਾਹਰਨਾਂ ਦੇ ਕੇ ਤੇ ਗੁਰੂ ਸਾਹਿਬਾਨ ਨੇ ਬਹੁਤ ਯੂਨੀਕ ਤਰੀਕਾ ਵਰਤਿਆ ਜੀ ਕਿ ਆਮ ਲੋਕਾਈ ਨੂੰ ਉਹਨਾਂ ਦੀ ਭਾਸ਼ਾ ਵਿੱਚ ਔਰ ਉਹਨਾਂ ਦੇ ਜਨ ਜੀਵਨ ਦੇ ਆਲੇ ਦੁਆਲੇ ਜੋ ਵਰਤਦਾ ਸੀ ਉਹਨਾਂ ਉਦਾਹਰਨਾਂ ਨੂੰ ਲੈ ਕੇ ਸਾਨੂੰ ਪਰਮਾਰਥ ਦਾ ਰਸਤਾ ਦੱਸਿਆ। ਔਰ ਅੱਜ ਦੇ ਵੀ ਇਸ ਜਿਹੜਾ ਸ਼ਲੋਕ ਹੈ ਉਹਦੇ ਵਿੱਚ ਸਾਨੂੰ ਦਿਖਾਵਿਆਂ ਤੋਂ ਬਚਣ ਲਈ ਕਿਹਾ ਔਰ ਅਸਲੀਅਤ ਨਾਲ ਜੁੜਨ ਦੀ ਗੱਲ ਕੀਤੀ ਹੈ। ਵੀਰ ਕਿੱਕਰ ਸਿੰਘ ਜੀ ਨੇ ਖੋਲ ਕੇ ਇਸ ਸ਼ਲੋਕ ਨੂੰ ਸਮਝਾ ਦਿੱਤਾ। ਤੋ ਆਸ ਹੈ ਵੀਰ ਹਰਪਾਲ ਸਿੰਘ ਜੀ ਆਪ ਜੀ ਨੂੰ ਇਹਦਾ ਡਿਟੇਲ ਪਤਾ ਲੱਗੀ। ਫਿਰ ਵੀ ਆਪ ਜੀ ਦੇ ਮਨ 'ਚ ਕੋਈ ਹੋਰ ਵੀ ਸ਼ੰਕਾ ਰਹਿ ਜਾਏ ਤਾਂ ਕਿਰਪਾ ਕਰਕੇ ਦੁਬਾਰਾ ਲਿਖਣ ਦੀ ਖੇਚਲ ਕਰਨਾ ਜੀ। ਤੋ ਸਾਧ ਸੰਗਤ ਜੀ ਸਮਾਂ ਦੌੜ ਰਿਹਾ, ਸਾਡੇ ਕੋਲ ਸਵਾਲ ਹੋਰ ਵੀ ਹਨ। ਤੋ ਇੱਕ ਜਿਹੜਾ ਅਗਲਾ ਸਵਾਲ ਆ ਰਿਹਾ ਸਾਧ ਸੰਗਤ ਜੀ ਕਿ ਗੁਰਬਾਣੀ ਦੇ ਵਿੱਚ ਸਾਨੂੰ ਜਿਹੜੀ ਸੋ ਕਾਲ ਜਿਹੜੀ ਤੀਰਥ ਯਾਤਰਾ, ਜਿਵੇਂ ਲੋਕੀ ਮਤਲਬ ਆ ਵੀ ਇੱਥੇ ਚਲੇ ਜਾ ਉੱਥੇ ਚਲੇ ਜਾ, ਜਿਹੜਾ ਤੀਰਥ ਕੀ ਹੈ ਉਹਦੀ ਵੀ ਗੱਲ ਸਮਝਾਈਏ ਕਿ ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਤੇ ਜਿਹੜੇ ਆਮ ਤੀਰਥ ਨੇ ਜਿਨ੍ਹਾਂ ਨੂੰ ਲੋਕੀ ਕਹਿੰਦੇ ਫਲਾਣੀ ਥਾਂ ਤੇ ਜਾਓ, ਫਲਾਣੀ ਥਾਂ ਤੇ ਜਾਓ, ਉਹ ਵੀ ਸਾਡੇ 'ਚ ਬਹੁਤ ਪ੍ਰਚਲਿਤ ਹੋ ਗਏ। ਤੋ ਠੀਕ ਹੈ ਕਿ ਸਾਨੂੰ ਇਤਿਹਾਸਕ ਪਿਛੋਕੜ ਜਾਣਨ ਲਈ, ਉੱਥੇ ਦੀ ਇਤਿਹਾਸ ਜਾਣਨ ਦੇ ਲਈ
ਸਾਨੂੰ ਜਿਹੜੇ ਐਸੇ ਤੀਰਥ ਸਥਾਨ ਮੰਨੇ ਜਾਂਦੇ ਨੇ ਉੱਥੇ ਜਾਣਾ ਚਾਹੀਦਾ, ਪਰੰਤੂ ਉੱਥੇ ਜਾ ਕੇ ਕੁਝ ਪ੍ਰਾਪਤ ਕਰਨਾ ਚਾਹੀਦਾ। ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਵੀ ਆਇਆ ਇਹ ਇਤਿਹਾਸਕ ਸਥਾਨ ਜਿਹੜਾ ਹੈ ਇਹ ਗੁਰ ਇਤਿਹਾਸ ਦਾ ਨਾਲ ਸੰਬੰਧ ਵੀ ਰੱਖਦਾ ਕਿ ਨਹੀਂ। ਤੋ ਇੱਕ ਸਾਡੇ ਕੋਲ ਸਵਾਲ ਆਇਆ ਹੈ ਵੀ ਖਿਮਾ ਕਰਨਾ ਜੀ, ਹਿਮਾਚਲ ਪ੍ਰਦੇਸ਼ ਹਿੰਦੁਸਤਾਨ ਦੇ ਵਿੱਚ ਇਹ ਕੁੱਲੂ ਦੇ ਲਾਗੇ ਇੱਕ ਜਗ੍ਹਾ ਮਨੀਕਰਨ, ਉੱਥੇ ਜਿਹੜਾ ਗੁਰਦੁਆਰਾ ਹੈ, ਸਵਾਲ ਕਰਤਾ ਪੁੱਛਦੇ ਨੇ ਵੀ ਗੁਰਦੁਆਰਾ ਮਨੀਕਰਨ ਦਾ ਕੀ ਇਤਿਹਾਸ ਹੈ। ਤੇ ਮੈਂ ਵੀਰ ਤਜਿੰਦਰ ਸਿੰਘ ਜੀ ਆਪ ਜੀ ਨੂੰ ਬੇਨਤੀ ਕਰਾਂਗਾ ਵੀ ਆਪ ਕਿਰਪਾ ਕਰਕੇ ਸਾਨੂੰ 5-7 ਮਿੰਟ ਦੇ ਸਮੇਂ ਵਿੱਚ, ਕਿਉਂਕਿ ਸਮਾਂ ਦੌੜ ਰਿਹਾ, ਇਹ ਦੱਸ ਦਿਓ ਵੀ ਇਹਦਾ ਕੀ ਇਤਿਹਾਸ ਹੈ ਗੁਰਦੁਆਰਾ ਮਨੀਕਰਨ। ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਰਥ ਬਾਰੇ ਤੇ ਗੁਰਬਾਣੀ ਨੇ ਸਾਨੂੰ ਸਪਸ਼ਟ ਦੱਸਿਆ ਹੈ ਕਿ ਤੀਰਥ ਨਾਮਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੋ ਸਤਿਗੁਰ ਤੀਰਥ ਛੱਡ ਕੇ ਜਿਹੜੇ ਇੱਧਰ ਉੱਧਰ ਜਾਂਦੇ ਨੇ, ਭਵਜਲ ਅੰਦਰ ਭੰਬਲ ਪੂਸੇ, ਗੁਰ ਪੂਰੇ ਬਿਨ ਡਾਂਗ ਡੰਗੂਸੇ। ਤੇ ਜਿਹੜਾ ਅਸਲੀ ਤੀਰਥ ਹੈ ਉਹ ਨਾਮ ਹੈ, ਔਰ ਸ਼ਬਦ ਵਿਚਾਰ ਜਿਹੜੀ ਹੈ, ਜਿਹੜੇ ਸਾਡੇ ਮਨ ਨੂੰ ਧੋਂਦੀ ਹੈ, ਜਿਹੜਾ ਕਿ ਮੈਥੋਲੋਜੀ ਦੇ ਵਿੱਚ ਜਿਹੜਾ ਤੀਰਥ ਨੂੰ ਮੰਨਿਆ ਗਿਆ। ਸਿੱਖਾਂ ਦੇ ਵਿੱਚ ਕੋਈ ਤੀਰਥ ਨੂੰ ਮਾਨਤਾ ਨਹੀਂ ਦਿੱਤੀ ਗਈ, ਸਿਰਫ ਹਿਸਟੋਰੀਕਲ ਪਲੇਸਿਸ ਹਨ ਜਿੱਥੇ ਗੁਰੂ ਸਾਹਿਬ ਨੇ ਆਪਣੇ ਪ੍ਰਚਾਰਕ ਦੌਰਿਆਂ ਦੇ ਅੰਦਰ ਕੁਝ ਜਾ ਕਰਕੇ ਉੱਥੇ ਆਪਣਾ ਪ੍ਰਚਾਰ ਕੀਤਾ ਹੈ। ਜਿੱਥੇ ਤੱਕ ਮਨੀਕਰਨ ਦੀ ਗੱਲ ਹੈ ਤੇ ਮੈਂ ਮਨੀਕਰਨ ਬਾਰੇ ਥੋੜੀ ਜਿਹੀ ਆਪ ਨੂੰ ਡਿਟੇਲ ਦਿਆਂ ਵੀ ਇਹ ਕਿੱਥੇ ਸਿਚੁਏਟਡ ਹੈ। ਮਨੀਕਰਨ ਜਿਹੜਾ ਹੈ ਇਹ ਪਾਰਵਤੀ ਨਦੀ ਹੈ, ਉਹਦੇ ਕਿਨਾਰੇ ਦੇ ਉੱਪਰ ਹੈ। ਇਹ 72 ਇੱਕ ਜਗ੍ਹਾ ਹੈ ਨਾਰਥ ਈਸਟ ਦੇ ਵਿੱਚ, ਜਿੱਥੇ ਕੁੱਲੂ ਡਿਸਟ੍ਰਿਕਟ ਤੋਂ ਹਿਮਾਚਲ ਪ੍ਰਦੇਸ਼ ਵਿੱਚ ਹੈ, ਔਰ ਇਹ ਸਮੁੰਦਰ ਤੋਂ 1760 ਮੀਟਰ ਉੱਚਾ ਹੈ, ਔਰ 4 ਕਿਲੋਮੀਟਰ ਕਸੋਲ ਤੋਂ ਪਹਿਲਾਂ ਹੈ, ਔਰ 48 ਕਿਲੋਮੀਟਰ ਜਿਹੜਾ ਹੈ ਉਹ ਕੁੱਲੂ ਤੋਂ ਹੈ, ਔਰ 35 ਕਿਲੋਮੀਟਰ ਬੁੰਟਰ ਤੋਂ ਹੈ। ਤੋ ਇਹ ਇੱਕ ਟੂਰਿਸਟ ਸਪੌਟ ਹੈ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕੀ ਆ ਕਰਕੇ ਉੱਥੇ ਇਸ ਦੀ ਅਟਰੈਕਸ਼ਨ ਨੂੰ ਦੇਖ ਕਰਕੇ ਕਿ ਇੱਕ ਬੜਾ ਚਾਰੋਂ ਪਾਸੇ ਪਹਾੜੀਆਂ ਹਨ, ਔਰ ਪਹਾੜੀਆਂ ਦੇ ਵਿੱਚ ਇਹ ਇੱਕ ਜਗ੍ਹਾ ਹੈ ਨਦੀ ਦੇ ਕਿਨਾਰੇ, ਪਾਰਵਤੀ ਦੇ ਕਿਨਾਰੇ। ਤੋ ਇੱਥੇ ਲੋਕੀ ਹੌਟ ਸਪਰਿੰਗ ਹੋਣ ਕਰਕੇ, ਕਿਉਂ ਇੱਥੇ ਜਿਹੜਾ ਪਾਣੀ ਹੈ ਉਹ ਧਰਤੀ ਦੇ ਵਿੱਚੋਂ ਗਰਮ ਨਿਕਲਦਾ ਹੈ, ਤੋ ਉਸ ਗਰਮ ਪਾਣੀ ਦੇ ਵਿੱਚ ਲੋਕੀ ਆ ਕਰਕੇ ਇਸ਼ਨਾਨ ਕਰਦੇ ਹਨ। ਇਹ ਇੱਕ ਕੁਦਰਤੀ ਚੀਜ਼ ਹੈ। ਇਹਦੇ ਨਾਲ ਭਾਵੇਂ ਕਿ ਦੁਨੀਆ ਦੇ ਅੰਦਰ ਕਈ ਜਿਹੜੇ ਹਨ, ਨਿਆਗਰਾ ਫਾਲ ਹੈ, ਦੂਸਰੇ ਹੋਰ ਦੁਨੀਆ ਦੇ ਅੰਦਰ ਹੌਟ ਸਪਰਿੰਗਸ ਹੈਗੇ ਨੇ, ਔਰ ਕਈ ਐਸੀਆਂ ਜਗ੍ਹਾ ਹਨ ਜਿੱਥੇ ਜ਼ਮੀਨ ਵਿੱਚੋਂ ਗੈਸ ਵੀ ਨਿਕਲਦੀ ਹੈ ਤੇ ਉਹ ਗੈਸ ਬਲਦੀ ਵੀ ਰਹਿੰਦੀ ਹੈ। ਲੇਕਿਨ ਕੁਝ ਕੁ ਜਿਹੜੇ ਧਰਮ ਦੇ ਠੇਕੇਦਾਰ ਹੁੰਦੇ ਨੇ, ਉਹ ਇਹਨਾਂ ਦੀ ਜਿਹੜੀਆਂ ਨੈਚੁਰਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਧਰਮ ਦੇ ਨਾਲ ਜਿਹੜਾ ਉਹ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੋ ਐਸੇ ਹੀ ਜਿਹੜੇ ਹਨ ਇੱਥੇ ਇਸ ਜਗ੍ਹਾ ਦੇ ਉੱਪਰ ਜਿਹੜਾ ਮਨੀਕਰਨ ਹੈ, ਉੱਥੇ ਇੱਕ ਮੰਦਿਰ ਜਿਹੜਾ ਬਣਾਇਆ ਹੈਗਾ, ਜਿਹਦੀ ਹਿਸਟਰੀ ਜਿਹੜੀ ਹੈ ਉਹ ਸ਼ਿਵ ਜੀ ਔਰ ਪਾਰਵਤੀ ਦੇ ਨਾਲ ਕਨੈਕਟਡ ਹੈ। ਕਿ ਪਾਰਵਤੀ ਦਾ ਇੱਥੇ ਆ ਕਰਕੇ ਕੰਨ ਦਾ ਵਾਲਾ ਜਿਹੜਾ ਹੈ ਉਹ ਡਿੱਗ ਪੈਂਦਾ ਹੈ ਇਸ ਪਾਰਵਤੀ ਨਦੀ ਦੇ ਅੰਦਰ, ਤੇ ਉਹ ਸ਼ਿਵ ਜੀ ਨੂੰ ਕਹਿੰਦੀ ਮੈਨੂੰ ਤੁਸੀਂ ਲੱਭ ਕੇ ਦਿਓ। ਤੇ ਉਹ ਫਿਰ ਸ਼ੇਸ਼ਨਾਗ ਨੂੰ ਕਹਿੰਦੇ ਹਨ ਵੀ ਤੂੰ ਵਾਲੀ ਡਿੱਗ ਪਈ ਹੈ ਤੇ ਤੂੰ ਲੱਭ ਕੇ ਲਿਆ। ਤੇ ਉਹ ਅੰਦਰੋਂ ਜੋੜ ਦੀ ਫੂਕ ਮਾਰਦਾ ਹੈ ਤੇ ਉਹ ਵਾਲੀ ਜਿਹੜੀ ਆ ਬਾਹਰ ਨਿਕਲ ਆਉਂਦੀ ਹੈ ਤੇ ਉਹ ਪਾਰਵਤੀ ਨੂੰ, ਦੇਵੀ ਨੂੰ ਮਿਲ ਜਾਂਦੀ ਹੈ। ਤੇ ਐਜ਼ ਅ ਰਿਜ਼ਲਟ ਜਿਹੜੀ ਕਿ ਉਹਨੇ ਫੂਕ ਮਾਰੀ, ਉਹ ਫੂਕ ਨਾਲ ਕੀ ਹੋਇਆ ਕਿ ਥੱਲੇ ਸਮੁੰਦਰ ਦੇ ਥੱਲੇ ਜਿਹੜਾ ਹੈ ਉਹ ਅਰਥਕੁਏਕ ਜਾਂ ਭੂਚਾਲ ਆ ਗਿਆ, ਜਿਹਦੇ ਨਾਲ ਕਿ ਉਹ ਪਾਣੀ ਉਸ ਜਗ੍ਹਾ ਦਾ ਜਿਹੜਾ ਹੈ ਹੌਟ ਹੋ ਗਿਆ। ਖੈਰ ਇਹ ਸਾਰੀਆਂ ਇਤਿਹਾਸਕ ਚੀਜ਼ਾਂ ਹਨ ਜਿਹਦੇ ਨਾਲ ਸਿੱਖ ਧਰਮ ਦਾ ਕੋਈ ਵਾਸਤਾ ਨਹੀਂ ਹੈ, ਲੇਕਿਨ ਕਿਉਂਕਿ ਮਨੀਕਰਨ ਦੀ ਗੱਲ ਕੀਤੀ ਗਈ ਹੈ ਤਾਂ ਇਹ ਇਸ ਨਾਲ ਵੀ ਹਿਸਟਰੀ ਜਿਹੜੀ ਹੈ ਉਹਨਾਂ ਨੇ ਐਸੋਸੀਏਟ ਕੀਤੀ ਹੋਈ ਹੈ। ਜਿੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੈ ਤੇ ਗੁਰੂ ਨਾਨਕ ਪਾਤਸ਼ਾਹ ਇੱਥੋਂ ਜਿਹੜੀ 1517 ਤੋਂ 1518 ਦੀ ਜਿਹੜੀ ਉਹਨਾਂ ਦੀ ਉਦਾਸੀ ਹੈ, ਉਸ ਉਦਾਸੀ ਦੌਰਾਨ ਇਸ ਜਗ੍ਹਾ ਤੋਂ ਲੰਘਦੇ ਹਨ, ਉਹ ਲੰਘ ਕੇ ਚਲੇ ਜਾਣ। ਇੱਥੇ ਕੋਈ ਉਹ ਠਹਿਰੇ ਨਹੀਂ ਤੇ ਨਾ ਹੀ ਇੱਥੇ ਉਹਨਾਂ ਨੇ ਕੋਈ ਪ੍ਰਚਾਰ ਦੀ ਜਿਹੜੀ ਹੈ ਉਹ ਗੱਲ ਕੀਤੀ ਹੈ, ਕਿਉਂਕਿ ਜਿਹੜੇ ਵੀਰਾਂ ਨੇ ਇਤਿਹਾਸ ਲਿਖਿਆ ਹੈ ਗੁਰੂ ਨਾਨਕ ਪਾਤਸ਼ਾਹ ਦਾ, ਸਾਡੇ ਮਿਸ਼ਨਰੀ ਕਾਲਜ ਵੱਲੋਂ ਵੀ ਉਹਨਾਂ ਨੇ ਵੀ ਇਹ ਪਾਸਿੰਗ ਰੈਫਰੈਂਸ ਦਿੱਤਾ ਹੈ ਕਿ ਉਸ ਉਦਾਸੀ ਦੇ ਦੌਰਾਨ ਗੁਰੂ ਨਾਨਕ ਪਾਤਸ਼ਾਹ ਇਸ ਸਥਾਨ ਤੋਂ ਜਿਹੜੇ ਹਨ ਉਹ ਲੰਘੇ ਹਨ। ਗੁਰੂ ਨਾਨਕ ਪਾਤਸ਼ਾਹ 35,000 ਕਿਲੋਮੀਟਰ ਜਿਹੜੇ ਹਨ ਉਹਨਾਂ ਨੇ ਸਫ਼ਰ ਕੀਤਾ ਹੈ 15-16 ਸਾਲਾਂ ਦੇ ਅੰਦਰ, ਤੇ ਉਹ ਸਾਰੀ ਜਗ੍ਹਾ ਦੇ ਉੱਪਰ ਜਾ ਕਰਕੇ ਉਹਨਾਂ ਨੇ ਮਾਨਵਤਾ ਨੂੰ ਜਿਹੜਾ ਉਪਦੇਸ਼ ਦਿੱਤਾ ਹੈ।
तो इत्थे क्योंकि हिंदुओं ने अपना एक तीरथ बना लिया ਤੇ ਸਿੱਖਾਂ ਨੇ ਦੇਖਿਆ ਵੀ ਅਸੀਂ ਵੀ ਇੱਥੇ ਕੋਈ ਜਿਹੜਾ ਹੈ ਉਹ ਇਤਿਹਾਸਕ ਸਥਾਨ ਗੁਰਦੁਆਰਾ ਬਣਾ ਲਈਏ, ਤੇ ਉੱਥੇ ਗੁਰਦੁਆਰਾ ਬਣ ਗਿਆ। ਲੇਕਿਨ ਉਹ ਗੁਰਦੁਆਰੇ 'ਚ ਕਾਫੀ ਜਿਹੜੇ ਪਹਿਲਾਂ ਵੀਰ ਗਏ ਹਨ ਉੱਥੇ, ਉਹਨਾਂ ਨੇ ਦੇਖਿਆ ਹੈ ਤੇ ਉੱਥੇ ਕੋਈ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀਗਾ। ਲੇਕਿਨ ਹੁਣ ਕਿਉਂਕਿ ਉੱਥੇ ਮਾਇਆ ਬੜੀ ਚੜ੍ਹਦੀ ਹੈ, ਤਾਂ ਇਸ ਕਰਕੇ ਉੱਥੇ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਵੀ ਕਰ ਦਿੱਤਾ ਗਿਆ। ਲੇਕਿਨ ਉੱਥੇ ਇੱਕ ਹੋਰ ਮਨਮਤ ਹੁੰਦੀ ਹੈ, ਉੱਥੇ ਅੰਦਰ ਬਹੁਤ ਜਿਹੜੀਆਂ ਮੂਰਤੀਆਂ ਹਨ, ਉਹਨਾਂ ਮੂਰਤੀਆਂ ਦੀ ਪੂਜਾ ਹੁੰਦੀ ਹੈ, ਔਰ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। तो मेरे कहने का मतलब है कि मणिकरण कोई इतिहासक जगह नहीं है जिस ਨੂੰ ਸਿੱਖ ਇਤਿਹਾਸ ਦੇ ਵਿੱਚ ਕੋਈ ਮਾਨਤਾ ਕਿਸੇ ਤਰੀਕੇ ਦੀ ਹੋਵੇ। ਇਹ ਇੱਕ ਪਾਸਿੰਗ ਰੈਫਰੈਂਸ ਹੈ ਵੀ ਗੁਰੂ ਨਾਨਕ ਪਾਤਸ਼ਾਹ ਉਦੋਂ ਜਾਂਦੇ ਹੋਏ ਉਸ ਉਦਾਸੀ ਦੇ ਦੌਰਾਨ ਉੱਥੋਂ ਜਿਹੜੇ ਹਨ ਲੰਘ ਕੇ ਗਏ ਹਨ। तो ਆਸ ਹੈ ਜਿਨ੍ਹਾਂ ਵੀਰਾਂ ਨੇ ਇਹ ਸਵਾਲ ਕੀਤਾ ਉਹਨਾਂ ਨੂੰ ਇਸ ਦਾ ਜਵਾਬ ਜਿਹੜਾ ਹੈ ਮਿਲ ਗਿਆ ਹੋਵੇਗਾ। ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो साध संगत जी, आप जी ने ਮਨੀਕਰਨ ਦੇ ਬਾਰੇ ਜੋ ਇਨਫੋਰਮੇਸ਼ਨ ਅਵੇਲੇਬਲ ਹੈ ਉਹ ਵੀਰ ਤੇਜਿੰਦਰ ਸਿੰਘ ਜੀ ਕੋਲੋਂ ਸੁਣੀ ਹੈ। ਮੈਂ ਇੱਕ ਗੱਲ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਕਿ ਗੁਰਬਾਣੀ ਦੇ ਵਿੱਚ ਇਹ ਸ਼ਬਦ ਹੈ ਕਿ ਨਾਮਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪੋ ਲੱਥੀ ਰਾਤਿਆਂ, ਦੋਏ ਪੋ ਚੜੀ ਸੋਰ, ਸਾਧ ਭਲੇ ਨਾਤਿਆਂ, ਚੋਰ ਸੇ ਚੋਰਾ ਜੋ। ਗੱਲ ਤੇ ਇਹ ਹੈ ਕਿ ਅਸੀਂ ਆਪਣੇ ਮਨ ਦੀ ਮੈਲ ਲਾਣੀ ਹੈ। ਤੇ ਅਗਰ ਕਿਸੇ ਤਰੀਕੇ ਜਾ ਕੇ ਮਨ ਦੀ ਮੈਲ ਲੱਗਦੀ ਫਿਰ ਤਾਂ ਚੰਗੀ ਗੱਲ ਹੈ, ਪਰ ਜੇਕਰ ਆਪਾਂ ਕੇਵਲ ਯਾਤਰਾ ਦੇ ਤੌਰ ਤੇ ਜਾਂਦੇ ਹਾਂ ਜਾਂ ਵੈਸੇ ਹੀ ਅਸੀਂ ਮਤਲਬ ਕਈ ਵਾਰ ਮਿੱਥ ਰਹਿੰਦੇ ਜੀ ਮੈਂ ਹਰ ਸਾਲ ਜਾਣਾ ਹੈ, ਮੈਂ ਹਰ ਮਹੀਨੇ ਬਾਅਦ ਜਾਣਾ ਹੈ। ਮੈਂ ਇੱਕ ਥਾਂ ਤੇ ਲਿਖਤ 'ਚ ਵੀ ਲਿਖਿਆ ਸੀਗਾ ਕਿ ਇੱਕ ਸੱਜਣ ਨੇ ਕਿਹਾ ਜੀ ਮੈਨੂੰ ਤਾਂ 13-14 ਸਾਲ ਹੋ ਗਏ, ਮੈਂ ਹੋਲੇ ਮਹੱਲੇ ਹਰ ਵਾਰੀ ਜਾ। ਜਿਸ ਵੇਲੇ ਉਹਨੂੰ ਪੁੱਛਿਆ ਗਿਆ ਤੂੰ ਅੰਮ੍ਰਿਤ ਪਾਣੀ ਕੀਤਾ, ਕਹਿੰਦਾ ਨਹੀਂ। ਵੀ ਜੇ ਤੂੰ 13-14 ਸਾਲ ਹੋ ਗਏ ਨੇ ਉੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਣਾ ਹੈ, ਚੰਗੀ ਗੱਲ ਹੈ, ਤੂੰ ਜਾ, ਪਰ ਉੱਥੇ ਜਾ ਕੇ ਤੈਨੂੰ ਉਤਸ਼ਾਹ ਮਿਲਣਾ ਚਾਹੀਦਾ ਸੀ ਕਿ ਇੱਥੇ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਖੰਡੇ ਬਾਟੇ ਦੀ ਕੌਲ ਬਖਸ਼ਿਸ਼ ਕੀਤੀ ਹੈ ਤੇ ਮੈਂ ਨਹੀਂ ਲਈ ਤੇ ਲਵਾਂ। ਪਰ ਜੇਕਰ ਅਸੀਂ ਸਿਰਫ ਜਾ ਕੇ ਆ ਹੀ ਜਾਣਾ ਤੇ ਉੱਥੋਂ ਅਸੀਂ ਕੋਈ ਆਤਮਿਕ ਚੜ੍ਹਦੀ ਕਲਾ ਨਹੀਂ ਲੈਣੀ, ਫਿਰ ਕੀ ਉਹਦਾ ਲਾਭ ਹੋਏਗਾ, ਇਹ ਆਪੋ ਆਪਣੇ ਸੋਚਣ ਦਾ ਵਿਸ਼ਾ ਹੈ। ਤੋ ਤੇਜਿੰਦਰ ਸਿੰਘ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਵੀਰ ਰਾਮਕਿਸ਼ਨ ਸਿੰਘ ਜੀ ਭਾਖਣ ਜੀ ਜੋ ਕਿਹਾ ਸੀ ਕਹਿੰਦੇ ਥੋੜਾ ਜਿਹਾ ਹਿੰਦੀ ਵੀ ਇਹਨਾਂ ਨੂੰ ਦੱਸ ਦਿਆ ਕਰੋ। ਤੇ ਤੇਜਿੰਦਰ ਸਿੰਘ ਜੀ ਇੱਕ ਅੱਧੀ ਲਾਈਨ ਜਿਹੜੀ ਹੈ ਤੁਸੀਂ ਉਹਦੀ मतलब सेंट्रल आइडिया दस दियो उन्होंने। हाँ जी, रामकृष्ण जी, जैसे आपने चाहा है मैं आपको बता दूं कि जो मणिकरण जो स्थान है ये कुल्लू डिस्ट्रिक्ट में हिमाचल प्रदेश में है, और वहाँ एक पार्वती नदी है, उस नदी के किनारे ये जो है मणिकरण का जो तीर्थ बना हुआ है, जो कि हिंदुओं की श्रद्धा के मुताबिक बना हुआ है। और वहाँ शिवजी और पार्वती के वहाँ पे आगमन के उपलक्ष्य में एक वहाँ मंदिर बना हुआ है। और सिख इतिहास में इतना भी वर्णन है कि वहाँ पे गुरु नानक पातशाह जी अपनी दूसरी उदासी के दौरान 1517 और 18 के बीच वहाँ से वो गुजरे हैं, लेकिन वहाँ कोई उन्होंने कोई स्थान नहीं अपना बनवाया या अपना कोई ऐसा कोई संगत कायम नहीं की। लेकिन बाद में जो है इस जगह के ऊपर जहाँ एक मंदिर बना हुआ है वहाँ साथ में एक गुरुद्वारे का भी उन्होंने निर्माण करवा दिया हुआ है। सिखों ने और हिंदुओं ने दोनों जो श्रद्धालु हैं वहाँ जाते हैं। लेकिन वहाँ का जो अट्रैक्शन की बात है, जो खिंचाव की बात है, वो है कि वहाँ गर्म पानी के चश्मा है। उस गर्म पानी का जो चश्मा है वहाँ वो नहाने के लिए लोग दूर दूर से आते हैं। तो अध्यात्मवाद की जो बात है वहाँ ऐसी कोई चीज़ नहीं है। और सिख धर्म जो है ना ऐसी इन चीज़ों के ऊपर अपना विश्वास नहीं रखता है कि अगर मन को हमने साफ करना है, मन को धोना है, तो वो केवल प्रभु के नाम से हो सकता है। किसी जगह पे तीर्थ स्नान में, किसी सरोवर में स्नान करने से, ठंडे या गर्म पानी के वहाँ पे पानी में स्नान करने से मन के या आध्यात्मिकवाद में कोई जो है वृद्धि नहीं होती है। तो इसलिए सिख धर्म इस स्थान को कोई मान्यता नहीं देता है। धन्यवाद। धन्यवाद वीर तेजिंदर सिंह जी और रामकृष्ण जी, आपका बहुत बहुत धन्यवाद है। आपने हमें एक नया नुक्ता दिया है। तो मैं संगत जी बेनती करांगा कि संगत विच बड़े साडे मतलब अभी विद्वान भी ने और जोड़े ने गुरबाणी दे भी बड़े मतलब अभी प्रेमी ने। तो कोशिश आपां कीती जाए कि बड़ी वधिया गल है जे वख-वख भाषावां विच जिहड़ा ये असीं चीज़ तैयार करिए। और बेशक इक्को समय नहीं, वख-वख समयां ते समझो एक सैशन जिहड़ा वो पंजाबी दा लग रहा है, एक हिंदी दा लग रहा है, एक इंग्लिश दा लग रहा है, भावें फ्रेंच दा लग रहा है।
ਤੋ ਇਹੋ ਜਿਹੇ ਸਾਡੇ ਕੋਲ ਆਉਣੇ ਚਾਹੀਦੇ ਨੇ, ਪਰ ਉਹ ਸੰਗਤ ਜਿਹੜੀ ਹੈ ਇਹਦੀ ਉਦਮ ਕਰੇ। ਜਿੱਥੋਂ ਤੱਕ ਤਲਕ ਹੈ ਮਟੀਰੀਅਲ ਦਾ, ਉਹ ਤਾਂ ਕਾਲਜ ਕੋਲ ਹੈ, ਪਰ ਉਹਨੂੰ ਉਹਨਾਂ ਭਾਸ਼ਾਵਾਂ ਵਿੱਚ ਕਿਸ ਤਰ੍ਹਾਂ ਆਪਾਂ ਐਕਸਪਲੇਨ ਕਰਨਾ, ਜੇ ਵੱਖ-ਵੱਖ ਹੋ ਸਕੇ ਤਾਂ ਇੱਕ ਬੜਾ ਚੰਗਾ ਉਦਮ ਹੋਏਗਾ। ਕਿਉਂਕਿ ਸਾਨੂੰ ਲੋੜ ਹੈ ਕਿ ਗੁਰਮੁਖ ਸਿੱਖ ਐਸਾ ਸਿਖਾਉਣੀ, ਅੰਮ੍ਰਿਤਧਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ। ਸਾਰੀ ਦੁਨੀਆ 'ਚ ਪ੍ਰਚਾਰ ਕਰਨ ਲਈ ਸਾਨੂੰ ਕੇਵਲ 1 ਜਾਂ 2 ਭਾਸ਼ਾ ਤੇ ਸੀਮਤ ਨਹੀਂ ਹੋਣਾ ਹੋਵੇਗਾ, ਸਾਨੂੰ ਇਹਦਾ ਘੇਰਾ ਜਿਹੜਾ ਵਧਾਉਣਾ ਹੋਵੇਗਾ। ਤੋ ਆਸ ਹੈ ਮੈਂ ਸੰਗਤ ਨੂੰ ਇਹ ਜਿਹੜੀ ਪ੍ਰਪੋਜ਼ਲ ਦਿੱਤੀ ਹੈ ਇਹਦੇ ਬਾਰੇ ਵੀ ਸਾਨੂੰ ਫੀਡਬੈਕ ਮਿਲੇ, ਔਰ ਸਾਨੂੰ ਸਿਰਫ ਫੀਡਬੈਕ ਨਹੀਂ, ਸਾਨੂੰ ਚਾਹੀਦੇ ਨੇ ਜਿਹੜੇ ਵੱਖ-ਵੱਖ ਭਾਸ਼ਾਵਾਂ ਦੇ ਮਾਹਰ ਨੇ ਉਹ ਅੱਗੇ ਆਉਣ ਇਸ ਕੰਮ ਨੂੰ, ਤਾਂ ਜੋ ਪ੍ਰਚਾਰ ਅੱਗੇ ਵਧਾਇਆ ਜਾ ਸਕੇ। ਤੋ ਸਾਧ ਸੰਗਤ ਜੀ, ਸਮਾਂ ਹੋ ਗਿਆ, ਮੈਨੂੰ ਖਿਮਾ ਕਰਨਾ, 2 ਮਿੰਟ ਸਮਾਂ ਉੱਪਰ ਚੱਲ ਗਿਆ, ਤੇ ਜਿਹੜਾ ਸਵਾਲ ਰਹਿ ਗਿਆ ਉਹ ਆਪਾਂ ਅਗਲੇ ਹਫਤੇ ਲਵਾਂਗੇ। ਤੋ ਸਾਧ ਸੰਗਤ ਜੀ, ਅੱਜ ਦੀ ਇਹ ਜਿਹੜੀ ਚੱਲਿਆ ਪਰਫਾਰਮੈਂਸ ਹੈ, ਇਹਦੇ 'ਚ ਬਹੁਤ ਸਾਰੀਆਂ ਤਰੁੱਟੀਆਂ ਵੀ ਰਹਿ ਗਈਆਂ ਹੋਣਗੀਆਂ। ਜਿਵੇਂ ਵੀ ਹਰਜੀਤ ਸਿੰਘ ਨੇ ਪਹਿਲਾਂ ਵੀ ਕਿਹਾ ਕਿ ਇਹ ਫਾਈਨਲ ਨਹੀਂ ਹੁੰਦਾ, ਇਹ ਤਾਂ ਸਾਡੇ ਇੱਕ ਐਫਰਟ ਹੈ ਕਿ ਸਵਾਲ ਆਇਆ ਉਹਦਾ ਜਵਾਬ ਲੱਭ ਕੇ ਅਸੀਂ ਆਪਸ ਰਾਏ ਮਿਲਾ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ। ਪਰ ਆਪ ਪਾਸ ਜੇ ਉਹਦੀ ਨਹੀਂ ਵੀ ਤਸੱਲੀ ਤਾਂ ਕਿਰਪਾ ਕਰਕੇ ਨੋਟ ਬੈਕ ਕਰੋ, ਜਾਂ ਤੁਹਾਨੂੰ ਕੋਈ ਹੋਰ ਉਹਦੇ 'ਚ ਐਡੀਸ਼ਨ ਕਰਨੀ ਹੈ ਤਾਂ ਕਿਰਪਾ ਕਰਕੇ ਸਾਨੂੰ ਜ਼ਰੂਰ ਲਿਖਿਆ ਕਰੋ। ਤੁਸੀਂ ਗਰੁੱਪ ਚੈਟ ਲਿਖ ਸਕਦੇ ਹੋ, ਸਾਨੂੰ ਵਟਸਐਪ ਕਰ ਸਕਦੇ ਹੋ, ਜਾਂ ਹੈਂਡ ਰੇਜ਼ ਕਰਕੇ ਤੁਸੀਂ ਆਪਣਾ ਸਵਾਲ, ਆਪਣਾ ਫੀਡਬੈਕ, ਆਪਣਾ ਸੁਜੈਸ਼ਨ ਸਾਨੂੰ ਦੇ ਸਕਦੇ ਹੋ। ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਇਹ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਸਾਡਾ ਤੁਸੀਂ ਉਤਸ਼ਾਹ ਵਧਾਉਂਦੇ ਹੋ। ਮੈਂ ਆਸ ਕਰਦਾ ਇਸੇ ਤਰ੍ਹਾਂ ਸੰਗਤ ਸਾਡੇ ਸਿਰ ਤੇ ਹੱਥ ਰੱਖੇਗੀ, ਸਵਾਲ ਵੀ ਭੇਜੇਗੀ, ਸੁਝਾਅ ਵੀ ਭੇਜੇਗੀ, ਤੇ ਅਗਲੇ ਸੋਮਵਾਰ ਫਿਰ ਇਸੇ ਤਰ੍ਹਾਂ ਤੁਹਾਡੇ ਸੇਵਾ 'ਚ ਇਹ ਪੈਨਲ ਹਾਜ਼ਰ ਹੋਏਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।